ਹਰ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਇਸੇ ਤਰ੍ਹਾਂ ਪਾਵਨ ਤੀਰਥ ਤਰਨ ਤਾਰਨ ਸਾਹਿਬ, ਅੰਮ੍ਰਿਤਸਰ ਸਾਹਿਬ, ਰਾਮਸਰ ਸਰੋਵਰ ਦੇ ਕਿਨਾਰੇ ਤੇ ਜਿੱਥੇ ਆਪ ਜੀ ਨੇ ਸਰੂਪ ਲਿਖਿਆ, ਕਰਤਾਰਪੁਰ ਦੁਆਬੇ ਵਾਲਾ, ਬੇਅੰਤ ਸਤ ਸੰਗਤ ਜੀ ਆਪ ਜੀ ਨੇ ਪਰਜਾ ਤੇ ਤਰਸ ਕਰਕੇ ਸੰਤੋਖ ਸਰ ਵਰਗੇ ਸਰੋਵਰ ਬੜੇ ਬੜੇ ਜੋਗੀਆਂ ਨੂੰ ਦੱਬਿਆਂ ਨੂੰ ਕੱਢ ਕੇ ਮੁਕਤੀ ਦੇ ਕੇ ਭਵਿੱਖਤ ਵਾਸਤੇ ਬਰ ਵੀ ਦੇ ਦਿੱਤੇ। ਕਹਿੰਦੇ ਭਾਈ ਇੱਥੇ ਸੰਤੋਖੇ ਜੋਗੀ ਦੀ ਮੁਕਤੀ ਹੋਈ, ਜਿਹੜਾ ਇੱਥੇ ਇਸ਼ਨਾਨ ਕਰੂ ਰਹਿੰਦੀ ਦੁਨੀਆ ਤੱਕ ਉਹਨੂੰ ਸੰਤੋਖ ਪ੍ਰਾਪਤ ਹੋਊ। ਸੋ ਖਾਲਸਾ ਜੀ, ਇਹ ਪਰਉਪਕਾਰ ਪ੍ਰਤੱਖ ਆਪਾਂ ਨੂੰ ਵਰਤਮਾਨ ਸਮੇਂ ਵਿੱਚ ਵੀ ਗੁਰੂ ਅਰਜਨ ਦੇਵ ਜੀ ਦੇ ਦਿਸ ਰਹੇ ਨੇ। ਸੋ ਐਸੇ ਸਤਿਗੁਰਾਂ ਦਾ ਭਾਈ ਆਪਾਂ ਜਸ ਨੇਤਾ ਪਤੀ ਪੜ੍ਹਦੇ ਸੁਣਦੇ ਹਾਂ। ਆਪ ਬਿਰਤੀਆਂ ਨੂੰ ਕਾਗਰ ਕਰੋ। ਕੱਲ ਪ੍ਰਸੰਗ ਆ ਚੁੱਕੇ ਆ ਆਪ ਜੀ ਦੇ ਪਾਸ, ਵੇਦ ਸਰਾਫੇ ਹੋਏ, ਹੰਕਾਰ ਦੇ ਸਹਿਤ ਦੂਸਰਾ ਜਨਮ ਧਾਰਿਆ ਇਹਨਾਂ ਨੇ, ਭੱਟ ਖਵਾਏ। 17 ਸੀ ਸਤ ਸੰਗਤ ਜੀ, 16 ਵੇਦਾਂ ਦੇ ਰੂਪ, 4 ਤੇ 17ਵਾਂ ਬ੍ਰਹਮਾ। ਆ ਕੇ ਗੁਰੂ ਕੀ ਸ਼ਰਨ ਲਈ, ਰਹਿਓ ਸੰਤ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਏ ਪੰਡਤ ਮਿੱਠੇ, ਵਰਸ ਏਕ ਹੋ ਫਿਰੇ ਨ ਕਨੇ ਨ ਪਰਚੇ ਲਾਇਓ, कहते कहती सुनी रहत को खुशी ना आयो, हर नाम छोड़ दूजे लगे तन के गुण हो, क्या कहो गुर दई मिलायो, भिख्या जब तू रखे तिमरो। वाहिगुरु ने ਇਹ ਸੱਚੇ ਪਾਤਸ਼ਾਹ ਭਿੱਖਾ ਭੱਟ ਕਹਿੰਦਾ, ਗੁਰੂ ਅਰਜਨ ਦੇਵ ਜੀ ਤੁਹਾਡੇ ਨਾਲ ਮੇਲ ਕਰਾ ਦਿੱਤਾ ਹੈ, ਜਿਵੇਂ ਤੁਸੀਂ ਆਪਣੇ ਹੁਕਮ 'ਚ ਰੱਖੋ ਉਸੇ ਤਰ੍ਹਾਂ ਅਸੀਂ ਰਹਿਣਾ ਕਰਦੇ ਹਾਂ। ਸਾਲ ਪਰ ਮਹਾਰਾਜ ਧੱਕੇ ਖਾਂਦਿਆਂ ਨੂੰ, ਟੱਕਰਾਂ ਮਾਰਦਿਆਂ ਨੂੰ ਹੋ ਗਿਆ, ਸਾਨੂੰ ਗੁਰੂ ਨਹੀਂ ਮਿਲਿਆ, ਨਾ ਕਿਤੋਂ ਸ਼ਾਂਤੀ ਪ੍ਰਾਪਤ ਹੋਈ। ਜਨਮ ਵੀ ਸਾਡਾ ਬ੍ਰਾਹਮਣਾਂ ਦੇ ਘਰ 'ਚ, ਵੇਦ ਵਿਦਿਆ ਵੀ ਸਾਰੀ ਪੜ੍ਹ ਲਈ, ਸਾਰੀ ਦੁਨੀਆ ਦੀ ਨਿਗਾਹ ਬ੍ਰਹਮ ਵਿਦਿਆ ਵੱਲ ਨੂੰ ਹੈ ਕਿ ਉੱਥੋਂ ਸ਼ਾਂਤੀ ਮਿਲਦੀ। ਪਾਵਨ ਤੀਰਥ ਤੇ ਵੀ ਰੇਖ ਜਿਹੜੀ ਸਾਰੀ ਦੁਨੀਆ ਤੱਕਦੀ ਕਿ ਕਾਂਸ਼ੀ ਪ੍ਰਾਗਰਾਜ ਤੀਰਥ ਮੁਖੀ ਨੇ, ਉੱਥੋਂ ਆਨੰਦ ਪ੍ਰਾਪਤ ਹੁੰਦਾ। ਉਹ ਸਾਡੀ ਜਨਮ ਭੂਮੀ ਵੀ ਉਹੀ, ਪਰ ਫੇਰ ਵੀ ਸਾਡੇ ਅੰਦਰ ਸ਼ਾਂਤੀ ਨਹੀਂ। ਅੱਜ ਮਹਾਰਾਜ ਤੁਹਾਡੇ ਚਰਨ ਪਕੜੇ, ਸਾਨੂੰ ਸ਼ਾਂਤੀ ਪ੍ਰਾਪਤ ਹੋਈ। ਗੁਰੂ ਕਾ ਸਾਰੀਆਂ ਪਾਤਸ਼ਾਹੀਆਂ ਦਾ ਜਸ ਕੀਤਾ ਇਹਨਾਂ ਨੇ, ਉਹ ਸਵਈਏ ਮਹਾਰਾਜ ਨੇ ਖਾਲਸਾ ਜੀ ਗੁਰਬਾਣੀ ਚ ਅੰਕਿਤ ਕੀਤੇ। ਨਿਹਾਲ ਹੋ ਕੇ ਸਤ ਸੰਗਤ ਜੀ ਇਹ ਵਾਪਸ ਪਰਤੇ। ਜਿੰਨੀ ਆਜੂ ਸੀ ਭੋਗ ਕਰਕੇ ਦੁਬਾਰਾ ਵੇਦਾਂ ਦਾ ਰੂਪ ਧਾਰ ਲਿਆ, ਕੋਈ ਜੂਨਾ ਚ ਨਹੀਂ ਸੀ ਇਹਨਾਂ ਨੇ ਜਾਣਾ। ਆਪ ਜੀ ਨੇ ਸੰਪੂਰਨ ਸਰੂਪ ਰਚ ਕੇ ਸੰਗਤਾਂ ਸਮੇਤ ਜੋੜ ਮੇਲਾ ਬਣਾਇਆ ਹੈ ਰਾਮਸਰ ਸਰੋਵਰ ਤੇ। ਜਿਸ ਪ੍ਰਕਾਰ ਆਪ ਜੀ ਨੇ ਖਾਲਸਾ ਜੀ ਇਸ ਸਰੂਪ ਨੂੰ ਗ੍ਰੰਥ ਸਾਹਿਬ ਜੀ ਨੂੰ ਨਾਲ ਲਿਆ ਕੇ ਹਰਿਮੰਦਰ ਸਾਹਿਬ 'ਚ ਪ੍ਰਕਾਸ਼ ਕਰਨਾ ਹੈ, ਉਹ ਕਥਾ ਇੱਕ ਆ ਰਹੀ ਹੈ। ਨਾਲ ਹੀ ਕੱਲ ਆਪ ਜੀ ਨੇ ਸੁਣਿਆ ਸੀ, ਕਲਯੁਗ ਨੂੰ ਵੀ ਫਿਕਰ ਪੈ ਗਿਆ ਕਿ ਮੇਰੇ ਸਮੇਂ 'ਚ ਤਾਂ ਜੀਵ ਪਾਪੀ ਹੋਣੇ ਨੇ, ਔਗਣਾ ਦੇ ਭਰੇ ਹੋਣਗੇ, ਬਕਾਰੀ ਹੋਣਗੇ, ਮੈਂ ਇਤਾਦਕ ਸ੍ਰਿਸ਼ਟੀ ਦੇ ਵਿੱਚ ਪਾਪ ਫੈਲਾਉਣਾ ਹੈ, ਥਾਂ ਜੁਰਮ ਹੋਵੇਗਾ, ਕੁਨਿਆ ਹੋਵੇਗਾ। ਇਹ ਮਹਾਰਾਜ ਜੀ ਤਾਂ ਬਿਲਕੁਲ ਹੀ ਮੇਰੇ ਉਲਟ ਨੇ ਇਹੀ ਜਿਹਾ ਉਪਦੇਸ਼ ਪ੍ਰਗਟ ਕਰ ਦਿੱਤਾ। ਸੰਪੂਰਨ ਗੁਰੂ ਗ੍ਰੰਥ ਸਾਹਿਬ ਗੁਣਾਂ 'ਚ ਭਰਪੂਰ ਹੈ। ਇਹ ਆਇਆ ਖਾਲਸਾ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਕਲਯੁਗ। ਮਹਾਰਾਜ ਕਿਰਪਾ ਕਰੋ, ਮੈਂ ਕਲਯੁਗ ਹਾਂ, ਮੇਰੇ ਸਮੇਂ 'ਚ ਲੋਕ ਸਭ ਨਾਸਤਿਕ ਹੋਣਗੇ, ਸਭ ਦੀ ਵਿਪਰੀਤ ਬੁੱਧੀ ਹੋਊ, ਤੁਸੀਂ ਉਲਟ ਉਪਦੇਸ਼ ਦੇ ਰਹੇ ਹੋ। ਇੰਨਾ ਸਰੂਪ ਸ਼ਬਦ ਰੂਪ ਮਹਾਰਾਜ ਤੁਸੀਂ ਰਚ ਦਿੱਤਾ, ਜਿੱਥੇ ਜਿੱਥੇ ਪ੍ਰਕਾਸ਼ ਹੋਊ ਉੱਥੇ ਉੱਥੇ ਤੁਹਾਡੀਆਂ ਸੰਗਤਾਂ ਦਾ ਵੀ ਫਲਾਹ ਹੋ ਜਾਣਾ। ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੀ ਉੱਥੇ ਹੁੰਦਾ ਜਿੱਥੇ ਸੰਗਤ ਹੋਵੇ। ਜਿੱਥੇ ਪ੍ਰਕਾਸ਼ ਹੋਵੇ ਉੱਥੇ ਹੀ ਸੰਗਤ ਹੋਇਆ ਕਰਦੀ ਹੈ, ਦੂਜੇ ਤੋਂ ਸੰਗਤ ਨਹੀਂ ਹੈ। ਆਪਾਂ ਭੈਣ ਭਾਈ ਇੱਥੋਂ ਉੱਠ ਕੇ ਕਿਤੇ ਥੱਲੇ ਬਹਿ ਜਾਂਦੇ ਆ, ਆਪਾਂ ਨੂੰ ਕੋਈ ਸੰਗਤ ਨਹੀਂ ਕਹਿੰਦਾ। ਇੱਥੇ ਆ ਕੇ ਬੈਠ ਜਾਂਦੇ, ਆਪਾਂ ਨੂੰ ਸਾਰੇ ਕਹਿੰਦੇ ਸਾਧ ਸੰਗਤ ਬੈਠੀ। ਕਲਯੁਗ ਨੂੰ ਵੀ ਅਨੁਭਵ ਹੋਇਆ, ਮਹਾਰਾਜ ਤੁਹਾਡੀਆਂ ਸੰਗਤਾਂ ਥਾਂ ਤੇ ਫੈਲ ਜਾਣਗੀਆਂ, ਮੇਰਾ ਨਿਰਭਾ ਕਿੱਥੇ ਹੋਊ ਮੈਨੂੰ ਦੱਸੋ। ਮੈਂ ਵੀ ਤੁਹਾਡੇ ਚਰਨਾਂ 'ਚ ਆਇਆ, ਮੈਨੂੰ ਵੀ ਆਪਣਾ ਬਣਾ ਲਓ। ਕਲਯੁਗ ਉਧਾਰਿਆ ਗੁਰਦੇਵ, ਮਲ ਮੂਤ ਮੂੜ ਜੇ ਮੁੱਧ ਹੋਤੇ ਸਭ ਲੱਗੇ ਤੇਰੀ ਸੇਵ,
ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ, ਮਨ ਰਤ ਨਾਮ ਰੇ। ਐਸੇ ਖਾਲਸਾਈ ਸ਼ਬਦ ਆਪ ਜੀ ਨੇ ਉਚਾਰ ਉਚਾਰ ਕੇ ਗੁਰਸਿੱਖਾਂ ਨੂੰ ਸਾਵਧਾਨ ਕੀਤਾ ਹੈ। ਸੋ ਪ੍ਰੇਮੀਓ, ਜਿਸ ਪ੍ਰਕਾਰ ਇਹ ਬੇਨਤੀ ਕਰ ਰਿਹਾ ਕਲਯੁਗ, ਸਤਿਗੁਰੂ ਜੀ ਇਸ ਨੂੰ ਸਤ ਸੰਗਤ ਜੀ ਧੀਰਜ ਦੇਣਗੇ ਇਹਦੀ ਨਿਮਰਤਾ ਦੇਖ ਕੇ, ਔਰ ਇਸ ਨੂੰ ਦੱਸਣਗੇ ਤੂੰ ਕਲਯੁਗ ਹੈ, ਸੰਗਤ ਵਿੱਚ ਨਹੀਂ ਆ ਸਕਦਾ। ਕਹਿੰਦਾ ਮਹਾਰਾਜ ਮੈਨੂੰ ਸ਼ਰਨ ਦਿਓ, ਧੱਕਦੇ ਕਿਉਂ? ਕਹਿੰਦੇ ਕੋਈ ਨਹੀਂ, ਤੈਨੂੰ ਟਾਈਮ ਦੱਸਦੇ ਆ ਵੀ ਉਦੋਂ ਆ ਜਾਇਆ ਕਰੀ ਤੂੰ ਸੰਗਤ ਵਿੱਚ, ਸਦਾ ਨਹੀਂ ਤੂੰ ਇੱਥੇ ਪ੍ਰਵੇਸ਼ ਹੋ ਸਕਦਾ। ਜਿਵੇਂ ਸਤਸੰਗ ਦੀ ਕਥਾ ਆ ਰਹੀ ਹੈ, ਸੁਣੋ। ਸਤ ਸੰਗਤ ਕੋ ਵਿਸਤਾਰ ਮਹਾ। ਕਲਯੁਗ ਕਹਿੰਦਾ ਮਹਾਰਾਜ ਤੁਹਾਡੀ ਸੰਗਤਾਂ ਦਾ ਬੜਾ ਭਾਰੀ ਦਿਨੋਂ ਦਿਨ ਵਿਸਥਾਰ ਹੋ ਜਾਣਾ। ਦੁਨੀਆ ਦੇ ਕੋਨੇ ਕੋਨੇ ਤੇ ਸੰਗਤਾਂ ਭਜਨ ਕਰਿਆ ਕਰਨਗੀਆਂ। ਪਸਰੇ ਗੁਰਸਿੱਖ ਜਹਾਂ ਰੋ ਕਹਾਂ। ਜਿੱਥੇ ਕਿੱਥੇ ਗੁਰਸਿੱਖ ਤੁਹਾਡੇ ਪਸਰ ਜਾਣੇ ਨੇ, ਫੈਲ ਜਾਣੇ ਨੇ ਦੇਸਾਂ ਪ੍ਰਦੇਸਾਂ ਚ। ਅਬ ਮੋਹਿ ਸਥਾਨ ਬਤਾਏ ਦੀਜੇ। ਮੈਨੂੰ ਦੱਸ ਦਿਓ ਮਹਾਰਾਜ ਕਿੱਥੇ ਟਿਕਣ ਨੂੰ ਕੋਈ ਥਾਂ ਹੈ? ਕਿਉਂ ਜਿਹੜੇ ਮੇਰੇ ਅਖਾੜੇ ਨੇ ਉਹਨੇ ਡਾਂਸ ਹਾਲ, ਇਹ ਜਿਹੜੇ ਥਾਂ ਨੇ ਸਤਸੰਗ ਜੀ ਟੈਲੀਵਿਜ਼ਨ ਵਗੈਰਾ, ਇਹ ਸਭ ਕਲਯੁਗ ਦੀ ਫੌਜ ਹੈ। ਮੈਨੂੰ ਦੱਸੋ ਮਹਾਰਾਜ ਮੈਂ ਕਿੱਥੇ ਟਿਕਾਂਗਾ? ਜੇ ਬਾਸ ਕਰੋ ਤੁਮ ਮੇਲ ਲੀਜੇ। ਤੁਸੀਂ ਮਹਾਰਾਜ ਮੈਨੂੰ ਮੇਲ ਲਿਓ, ਕਿਰਪਾ ਕਰੋ। ਭਾਵੇਂ ਮੈਂ ਕਲਯੁਗ ਚੌਥਾ ਬ੍ਰਹਮਾ ਦਾ ਲੜਕਾ, ਮੰਦੇ ਸੁਭਾਅ ਵਾਲਾ ਹਾਂ, ਲੋਕਾਂ ਨੂੰ ਪੁੱਠੇ ਪਾਸੇ ਲਾਉਣ ਦਾ ਮੇਰਾ ਸੁਭਾਅ ਹੈ, ਪਰ ਮੈਨੂੰ ਆਪਦੇ ਚਰਨਾਂ 'ਚ ਸ਼ਰਨ ਦਿਓ। ਬਿਨ ਆਏ ਸਿਰਾਵਰ ਕੀ ਕਰਬੇ। ਮੇਰੇ ਅੰਦਰ ਇੰਨੀ ਤਾਕਤ ਨਹੀਂ ਕਿ ਤੁਹਾਡੀ ਆਗਿਆ ਨੂੰ ਮੋੜ ਸਕਾਂ। ਤੁਹਾਡੀ ਆਗਿਆ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਬਲ ਨਾ ਮੁਝ ਪਾਏ ਕਹੂੰ ਧਰਬੇ। ਮੇਰੇ 'ਚ ਇੰਨਾ ਬਲ ਨਹੀਂ, ਮੈਂ ਕਿਤੇ ਪੈਰ ਵੀ ਨਹੀਂ ਰੱਖ ਸਕਦਾ ਤੁਹਾਡੇ ਹੁਕਮ ਤੋਂ ਬਿਨਾਂ। ਇਹ ਵੀ ਬੇਨਤੀ ਕਰ ਰਿਹਾ ਕਲਯੁਗ। ਇਸ ਕਾਰਨ ਤੇ ਤੁਮ ਪਾਸ ਆਇਓ। ਇਸੇ ਕਰਕੇ ਮੈਂ ਡਰਦਾ ਤੁਹਾਡੇ ਪਾਸ ਆਇਆ ਹਾਂ। ਹਿਤ ਬਾਸਬ ਕੇ ਬਿਨਤੀ ਸੋ ਕੀਓ। ਮੈਂ ਬੇਨਤੀ ਕੀਤੀ ਹੈ ਬਸਣ ਵਾਸਤੇ ਕਿ ਮੈਂ ਕਿੱਥੇ ਬਸੂੰਗਾ, ਸੰਗਤਾਂ ਤਾਂ ਸਤਜੁਗ ਵਰਤਾ ਦੇਣਗੀਆਂ। ਜੇ ਗ੍ਰੰਥ ਸੋ ਪਾਠ ਕਰੇ ਤੁਨ ਕੋ। ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਤੁਸੀਂ ਰਚਿਆ ਹੈ, ਧੁਨੀ ਨਾਲ ਜਿਹੜਾ ਇਹ ਪਾਠ ਹੋਵੇਗਾ ਜਿੱਥੇ, ਬਲਹੀਨ ਬਣੋ ਤਬ ਹੀ ਸੁਣ ਕੋ। ਮੈਂ ਇਸ ਬਾਣੀ ਨੂੰ ਸੁਣ ਕੇ ਜਦੋਂ ਹੀ ਮੈਨੂੰ ਤਾਂ ਬਿਮਾਰੀ ਚਿੰਬੜ ਜਾਂਦੀ ਹੈ, ਕਮਜ਼ੋਰ ਹੋ ਜਾਂਦਾ ਹਾਂ। ਤੁਮ ਸੰਗਤ ਵਿੱਚ ਬਸੋ ਜਬ ਹੂੰ। ਜਦੋਂ ਮਹਾਰਾਜ ਤੁਹਾਡੀ ਸੰਗਤ 'ਚ ਬਸੂੰਗਾ, ਮੈਨੂੰ ਤਾਂ ਇਹ ਫਿੱਟ ਨਹੀਂ ਆਉਣੀ ਬਾਣੀ। ਅਸ ਕਾਲ ਬਤਾਏ ਦੀਜੇ ਅਬ ਹੂੰ। ਦੱਸੋ ਮੈਂ ਕਿੱਥੇ ਸਮਾਂ ਬਤੀਤ ਕਰਾਂ, ਮੈਨੂੰ ਦੱਸੋ। ਸਰਣੀ ਤੁਮ ਆਨ ਪਰਿਓ ਲਖਿਓ। ਇਹ ਗੁਰੂ ਅਰਜਨ ਦੇਵ ਜੀ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ, ਦੇਖ ਲਓ ਮੈਨੂੰ। ਮਮ ਦੀਨ ਅਨਾਥ ਦਿਸ਼ਾ ਪਿਖਿਓ। ਮੇਰੀ ਗਰੀਬ ਦੀ ਮਹਾਰਾਜ ਯਤੀਮ ਦੀ ਹਾਲਤ ਵੀ ਦੇਖ ਲਓ। ਇਮ ਬਾਕ ਕਲੀ ਜਬ ਦੀਨ ਲਹੇ। ਜਦੋਂ ਖਾਲਸਾ ਜੀ ਬਹੁਤ ਹੀ ਨਿਮਰਤਾ ਨਾਲ ਨੇ ਬਚਨ ਕਹੇ ਨਾ ਗੁਰੂ ਅਰਜਨ ਦੇਵ ਜੀ ਨੂੰ, ਮਹਾਰਾਜ ਨੇ ਪਰਖ ਲਿਆ। ਤਬ ਸ੍ਰੀ ਗੁਰ ਹੋਏ ਪ੍ਰਸੰਨ ਕਹੇ। ਸਤਿਗੁਰੂ ਜੀ ਇਹਦੀ ਨਿਮਰਤਾ ਦੇਖ ਕੇ ਬੜੇ ਪ੍ਰਸੰਨ ਹੋ ਕੇ ਲੱਗੇ ਕਹਿਣ, ਸਤਨਾਮ ਉਚਾਰਨ ਹੋਤ ਜਹਾਂ। ਕਹਿਣ ਲੱਗੇ ਹੇ ਕਲਯੁਗ, ਜਿੱਥੇ ਸਾਡੀ ਸੰਗਤ ਸੱਚੇ ਨਾਮ ਵਾਹਿਗੁਰੂ ਦਾ ਉਚਾਰਨ ਕਰਦੀ ਹੋਵੇਗੀ, ਕਬ ਪਾਏ ਨ ਤਾਰੋ ਜਾਏ ਤਹਾਂ। ਦੇਖੀ ਭੁੱਲ ਨਾ ਜਾਈ ਕਿਤੇ, ਉੱਥੇ ਪੈਰ ਨਾ ਪਾਈ ਜਾ ਕੇ, ਉੱਥੇ ਨੇ ਤੈਨੂੰ ਹੁਕਮ ਨਹੀਂ ਜਾਣਦਾ। ਜਬ ਆਏ ਕਰਾਹੂੰ ਸਭਾ ਧਰੀਏ। ਤੂੰ ਪੁੱਛਿਆ ਵੀ ਕਦੋਂ ਜਾਵਾਂ ਸੰਗਤ ਦੇ ਦਰਸ਼ਨ ਕਰਨ, ਤੂੰ ਉਦੋਂ ਜਾਈ ਜਦੋਂ ਦੀਵਾਨ ਵਿੱਚ ਲਿਆ ਕੇ ਕੜਾਹ ਪ੍ਰਸ਼ਾਦ ਸਿੱਖ ਰੱਖ ਦਿਆ ਕਰਨਗੇ। ਅਰਦਾਸ ਖਰੇ ਹੋਏ ਕਹਿ ਕਰੀਏ। ਜਦੋਂ ਖੜ ਕੇ ਸੰਗਤ ਦੇ ਸਿੱਖ ਅਰਦਾਸ ਕਰਨਗੇ। ਵਰਤਾਵਨ ਲਾਗ ਸੋ ਆਪਸ ਮੈਂ। ਉਦੋਂ ਤੂੰ ਆ ਕੇ ਜੋੜਿਆਂ 'ਚ ਸੰਗਤਿਆਂ 'ਚ ਖੜ ਸਕਦਾ, ਅੰਦਰ ਫੇਰ ਨਹੀਂ ਵੜ ਸਕਦਾ। ਜਦ ਫਿਰ ਵਰਤਾਉਣ ਲੱਗਿਆ ਕਰਨਗੇ ਨਾ, ਲੈਲਾ ਦੇਲਾ ਕਿਆ ਕਰਨਗੇ। ਜਤ ਰੌਰ ਪਰਵੇਸ਼ੋ ਤਾਏ ਸਮੇਂ। ਫੇਰ ਜ਼ਰੂਰ ਰੌਲਾ ਪਿਆ ਕਰੇਗਾ, ਕੁਸਰ ਹੋਇਆ ਕਰਗੀ, ਫੇਰ ਵੜ ਜਾ ਕਰੀ ਦਾ ਲਾ ਕੇ ਵਿੱਚ। ਕਿਉਂ? ਫੇਰ ਭਜਨ ਸਿਮਰਨ ਕੀਰਤਨ ਵੀ ਬੰਦ ਹੋ ਜਾਂਦਾ, ਕਥਾ ਵੀ ਬੰਦ ਹੋ ਜਾਂਦੀ ਹੈ, ਪਾਠ ਵੀ ਬੰਦ ਹੋ ਜਾਂਦਾ ਹੈ। ਉਸ ਵੇਲੇ ਸਤਸੰਗ ਜੀ ਦੇਗ ਵਰਤ ਵਰਤਾਉਣ ਦਾ ਹੀ, ਸਤਸੰਗ ਜੀ ਸਭ ਦਾ, ਲੈਣ ਵਾਲਿਆਂ ਦਾ ਸਤਸੰਗ ਜੀ ਦੇਖਭਾਲ ਖਿਆਲ ਹੁੰਦਾ, ਦੇਣ ਵਾਲੇ ਦਾ ਵੀ ਦੇਖਭਾਲ ਖਿਆਲ ਹੁੰਦਾ।
ਉਦੋਂ ਤੂੰ ਵਿੱਚ ਪ੍ਰਵੇਸ਼ ਕਰ ਜਾ ਕਰੀ। ਵਰਤਾਵਤ ਜਾਵਤ ਸੰਗਤ ਮੈਂ, ਸੰਗਤ ਜਿੰਨਾ ਚਿਰ ਪ੍ਰਸ਼ਾਦ ਵਰਤੇ ਰੌਤਾਵਤ ਬਾਸੋਂ ਪੰਗਤ ਮੈਂ, ਉਹਨਾਂ ਚਿਰ ਪੰਗਤਾਂ ਵਿੱਚ ਤੂੰ ਬਸਦਾ ਰਿਹਾ ਕਰੀ। ਪਾਣੀ ਡੰਡ ਰੌਲਾ ਜਿੰਨਾ ਪਾਉਣਾ। ਜਿਵੇਂ ਆਇਸ ਪਾਏ ਕਲੀ ਹਰਖਿਓ, ਕਿਉਂ ਕਲਯੁਗ ਸਤ ਸੰਗਤ ਜੀ ਮਹਾਰਾਜ ਹੁਕਮ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ ਵੀ ਸ਼ੁਕਰ ਹੈ ਮੈਨੂੰ ਟਾਈਮ ਤਾਂ ਦਿੱਤਾ ਨਾ। ਕਲਯੁਗ ਕਹਿਣ ਲੱਗਾ ਵੜਨ ਦਾ ਸੰਗਤ ਵਿੱਚ, ਇਉਂ ਨਹੀਂ ਸੀ ਕਹਦਾ ਵੀ ਆਈ ਨਾ ਨੇੜੇ। ਅਬ ਲੋਤੇ ਕਾਲ ਵਿਖੇ ਪਰਖਿਓ, ਹੁਣ ਤੱਕ ਵੀ ਭਾਈ ਸਾਹਿਬ ਜੀ ਕਹਿੰਦੇ ਪਰਖਿਆ ਹੈ। ਜਦੋਂ ਸਤ ਸੰਗਤ ਜੀ ਕੋਈ ਵਰਤ ਵਰਤਾਵਾ ਹੁੰਦਾ, ਦੇਗ ਵਰਤ ਦੀ ਕੜਾਹ ਪ੍ਰਸ਼ਾਦ ਨਿਆਣੇ ਰੌਲਾ ਪਾਉਂਦੇ, ਹੋਰ ਆਪਸ ਵਿੱਚ ਹੀ ਸਿਆਣੇ ਸਿਆਣੇ ਵੀ ਰੌਲਾ ਪਾਉਣ ਲੱਗ ਜਾਂਦੇ। ਇਸੇ ਤਰ੍ਹਾਂ ਸਤ ਸੰਗਤ ਜੀ ਇੱਥੇ ਪਿਛਲੇ ਸਾਲ ਦੁੱਖ ਬਨਾ ਕੋਈ ਮੰਨੇ, ਕਿਸੇ ਪ੍ਰੇਮੀ ਨੇ ਸਤ ਸੰਗਤ ਜੀ ਕਿਸੇ ਨੂੰ ਕਹਿਤਾ ਨਾ ਭਾਈ ਮਰਜ਼ਾਦਾ ਗੁਰੂ ਘਰ ਦੀ, ਜੇ ਤੂੰ ਦੇਗ ਵਰਤਾਉਣੀ ਹੈ ਤਾਂ ਤੂੰ ਕੇਸ ਰੱਖ ਲੈ। ਉਹ ਕੋਈ ਸਤ ਸੰਗਤ ਜੀ ਕੇਸਾਂ ਦੀ ਬੇਅਦਬੀ ਸੀ, ਉਹਦੇ ਦਾੜੀ ਵਿਚਾਰੇ ਦੀ ਕਰੀ ਹੋਈ ਸੀ ਹੇਠ ਉੱਤਾ, ਬਈ ਹੱਥ ਜੋੜ ਕੇ ਹੀ ਕਿਹਾ ਤੂੰ ਦੇਗ ਨਾ ਵਰਤਾ, ਸਬਦਾਰੀ ਤੂੰ ਲੈ ਲਾ ਦੇਗ। ਅਗਲੇ ਦਿਨ ਹੀ ਸਤ ਸੰਗਤ ਜੀ ਹਫ਼ਤਾ ਹੀ ਲੰਘਿਆ। ਅਗਲੇ ਹਫ਼ਤੇ ਉਹਦੇ ਘਰੋਂ ਸੀ ਬੀਬੀ, ਉਹ ਕਹਿੰਦੀ ਭਾਈ ਤੇਰੀ ਦਾੜੀ ਹੈ, ਦੇਖ ਇਹਦੇ ਰੋਮ ਮੇਰੇ ਬੱਚੇ ਦੇ ਮੂੰਹ ਚ ਸੰਗ ਚ ਫਸ ਗਏ, ਅੱਗੇ ਤੂੰ ਦੇਗ ਦਿੱਤੀ, ਦੇਗ ਦੇ ਵਿੱਚ ਬਾਲ ਚਲਿਆ ਗਿਆ ਸੀ। ਐਸੇ ਸਭ ਕਲਯੁਗ ਦੀਆਂ ਸ਼ਰਾਰਤਾਂ ਨੇ ਖਾਲਸਾ ਜੀ, ਇਹ ਸਮਝ ਲਓ। ਜਿਹੜਾ ਸੰਗਤ ਚ ਆ ਕੇ ਫੁੱਟ ਪਾਉਣੀ ਹੈ, ਵਾਹਿਗੁਰੂ ਕਿਰਪਾ ਕਰੇ ਕਦੇ ਵੀ ਇੱਕ ਦੂਜੇ ਦਾ ਕ੍ਰੋਧ ਨਾ ਕਰੀਏ, ਖਿਮਾ ਧਾਰ ਲਈਏ। ਜਬ ਹੋਏ ਤਿਹਾ ਵਲ ਆਵਤ ਹੈ, ਜਦੋਂ ਕੜਾਹ ਪ੍ਰਸ਼ਾਦ ਆਉਂਦਾ ਹੈ ਮਹਾਰਾਜ ਦੀ ਹਜ਼ੂਰੀ ਚ, ਬੜ ਰੌਰ ਕਰੇ ਵਰਤਾਵਤ ਹੈ, ਉਸ ਵੇਲੇ ਦੇਖ ਲਓ ਕਿਵੇਂ ਰੌਲਾ ਪੈਂਦਾ ਜਦੋਂ ਵਰਤਦਾ ਹੈ। ਹੁਣ ਸ੍ਰੀ ਗੁਰ ਬੈਠ ਦੀਵਾਨ ਲੱਗਿਓ, ਇੱਧਰ ਗੁਰੂ ਸਾਹਿਬ ਜੀ ਬੈਠੇ ਨੇ ਰਾਮਸਰ ਸਰੋਵਰ ਦੇ ਕਿਨਾਰੇ ਤੇ ਦੀਵਾਨ ਲੱਗਿਆ ਹੋਇਆ। ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ। ਗਨ ਸਿੱਖ ਭਿਖੇ ਮਨ ਪ੍ਰੇਮ ਪਗਿਓ, ਸਾਰੇ ਜਿਨ੍ਹਾਂ ਦਾ ਪ੍ਰੇਮ ਨਾਲ ਮਨ ਭਿੱਜਿਆ ਪਿਆ ਗੁਰਸਿੱਖ ਸਾਰੇ ਥਾਂ ਥਾਂ ਬੈਠੇ ਨੇ। ਸਭ ਬੀਚ ਸੁਹਾਵਤ ਗ੍ਰੰਥ ਤਰਿਓ, ਸਾਰੀ ਸੰਗਤ ਦੇ ਵਿਚਾਲੇ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ। ਕਰ ਸੇਵਕ ਸੁੰਦਰ ਚੌਰ ਫਿਰਿਓ, ਸੇਵਕ ਸਤ ਸੰਗਤ ਜੀ ਪਿਆਰ ਨਾਲ ਸੋਹਣਾ ਚੌਰ ਕਰ ਰਹੇ ਨੇ। ਲੱਗ ਢੇਰ ਪ੍ਰਸ਼ਾਦ ਗਇਓ ਸੋ ਤਹਾਂ, ਢੇਰ ਹੀ ਲਾਗੇ ਸਤ ਸੰਗਤ ਜੀ ਇੰਨਾ ਪ੍ਰਸ਼ਾਦ ਆਇਆ, ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਬਹੁ ਲਿਆਵਤ ਸਿੱਖ ਆਨੰਦ ਮਹਾ, ਆਨੰਦ ਧਾਰ ਕੇ ਸਿੱਖ ਸੰਗਤਾਂ ਪ੍ਰਸ਼ਾਦ ਕਰਕੇ ਲਈ ਆਉਂਦੀਆਂ। ਸਭ ਫੂਲਣ ਮਾਲ ਬਸਾਲ ਕਰੇ, ਬਹੁਤ ਸਾਰੇ ਫੁੱਲਾਂ ਦੀਆਂ ਵਾਲਾਂ ਪਰੋ ਲਿਆਉਂਦੇ ਨੇ ਸਿੱਖ। ਬਹੁ ਰੰਗਣ ਕੇ ਵਿੱਚ ਗੁਫ ਧਰੇ, ਰੰਗਾਂ ਦੇ ਫੁੱਲ ਗੁੰਦੇ ਹੋਏ ਹਨ। ਘਰ ਸ੍ਰੀ ਗੁਰ ਕੇ ਸਿੱਖ ਪਾਵਤ ਹੈ, ਬਹੁਤ ਸਾਰੇ ਪ੍ਰੇਮੀ ਗੁਰੂ ਅਰਜਨ ਦੇਵ ਜੀ ਦੇ ਗਲ 'ਚ ਫੁੱਲਾਂ ਦੀ ਮਾਲਾ ਪਾਉਂਦੇ ਆ। ਬਹੁ ਭਾਤਨ ਫੂਲ ਚੜਾਵਤ ਹੈ, ਤਰ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਫੁੱਲ ਚੜਾਉਂਦੇ ਨੇ। ਸ਼ੁਭ ਮਾਲ ਸਫੂਲ ਬਸਾਲ ਲੈ, ਬਹੁਤ ਸੋਹਣੀਆਂ ਫੁੱਲਾਂ ਦੀਆਂ ਮਾਲਾਂ ਲੈ ਕੇ ਗੁਰ ਗ੍ਰੰਥ ਸਮੀਪ ਚੜਾਏ ਦੇ, ਗੁਰੂ ਗ੍ਰੰਥ ਸਾਹਿਬ ਦੇ ਪਾਸ ਚੜਾਉਂਦੇ ਨੇ। ਬਹੁਤ ਧੂਪ ਸੁਆਗਤ ਖਾਵਤ ਹੈ, ਅੱਗ ਨਾਲ ਸਤ ਸੰਗਤ ਜੀ ਕੋਲੇ ਲਿਆ ਕਰਕੇ ਧੂਪ ਸੁਖਾਉਂਦੇ ਨੇ। ਕਸ ਚੰਦਨ ਕੇਸਰ ਪਾਵਤ ਹੈ, ਕੇਸਰ ਚੰਦਨ ਘਸਾ ਕੇ ਸੁਗੰਧੀ ਫਲਾਉਂਦੇ ਹਨ, ਛਿੜਕਦੇ ਨੇ। ਚਰਚੇ ਅਰਚੇ ਸਿੱਖ ਪ੍ਰੀਤ ਧਰੇ, ਕਿਉਂ ਛਿੜਕਦੇ ਪੂਜਦੇ ਹਨ ਪ੍ਰੀਤੀ ਧਾਰ ਕੇ ਸਿੱਖ ਗੁਰਬਾਣੀ ਨੂੰ। ਗਨ ਸੰਖ ਬਜਾਵਤ ਫੂਕ ਪਰੇ, ਬਹੁਤ ਸਾਰੇ ਪ੍ਰੇਮੀ ਸੰਖਾਂ ਦੀ ਧੁਨੀ ਨਾਲ ਜਸ ਕਰਦੇ ਆ, ਵੱਜਦੇ ਨੇ ਸੰਖ। ਅਰਦਾਸ ਪ੍ਰਸਾਦਨ ਬ੍ਰਿੰਦ ਕਰੇ, ਜੋ ਪ੍ਰੇਮੀ ਆਉਂਦਾ ਉਹਨਾਂ ਦੀ ਪ੍ਰਸਾਦ ਦੀ ਅਰਦਾਸ ਹੁੰਦੀ ਹੈ। ਜੈਕਾਰ ਸਵੇ ਇੱਕ ਬਾਰ ਰਰੇ, ਇੱਕ ਵਾਰ ਜੈ ਜੈਕਾਰ ਦੀਆਂ ਧੁਨੀਆਂ ਹੁੰਦੀਆਂ ਹਨ। ਕਰਤਾਰ ਰਬਾਬ ਸਤਾਰ ਬਜੇ, ਕਈ ਪ੍ਰੇਮੀਆਂ ਦੇ ਹੱਥਾਂ 'ਚ ਸਤ ਸੰਗੀ ਰਬਾਬ ਹੈ, ਰਾਗੀ ਸਤਾਰਾਂ ਵਜਾਉਂਦੇ ਨੇ। ਸ਼ਬਦਾਨ ਸੋ ਗਾਏ ਸੋ ਰਾਗ ਸਜੇ, ਰਾਗਾਂ ਵਿੱਚ ਸਤ ਸੰਗਤ ਜੀ ਫੱਬਦੇ ਨੇ ਜਿਹੜੇ ਸੋਹਣੇ ਰਾਗ, ਉਹਨਾਂ ਵਿੱਚ ਸ਼ਬਦ ਗਾਉਂਦੇ ਹਨ। ਬਹੁ ਪੀਰ ਪਈ ਦਿਸ ਚਾਰੋਂ ਮੈਂ, ਚਾਰ ਸਪੇਰੇ ਬੜੀ ਸੰਗਤਾਂ ਦੀ ਭੀੜ ਹੋਈ ਖਾਲਸਾ ਜੀ। ਹੋਏ ਮੰਗਲਤਾ ਉਤਸ਼ਾਹ ਸਮੇਂ, ਬੜਾ ਭਾਰਾ ਉਸ ਵੇਲੇ ਮੰਗਲਾਚਾਰ ਹੋ ਰਿਹਾ, ਉਤਸ਼ਾਹ ਹੈ ਸਿੱਖਾਂ ਦੇ ਹਿਰਦਿਆਂ 'ਚ। ਵਰਤਿਓ ਸੋ ਪ੍ਰਸਾਦ ਕਲੀ ਪਰਵਿਸਿਓ, ਜਦੋਂ ਪ੍ਰਸਾਦ ਵਰਤਾਉਣ ਦਾ ਹੁਕਮ ਦਿੱਤਾ ਨਾ ਗੁਰੂ ਅਰਜਨ ਦੇਵ ਜੀ ਨੇ, ਆ ਬੜਿਆ ਕਲਯੁਗ ਵੀ ਉਸ ਵੇਲੇ। ਬੜ ਰੌਰ ਪਰਿਓ ਸਭ ਵਿੱਚ ਤਸਿਓ, ਪਹਿਲਾਂ ਸੋਹਣਾ ਦੀਵਾਨ ਸਜਿਆ ਰਿਹਾ ਸਾਰਾ ਦਿਨ, ਸਾਰੀਆਂ ਸੰਗਤਾਂ ਭਜਨ ਸਿਮਰਨ ਦਾ ਆਨੰਦ ਮਾਣਦੀਆਂ ਰਹੀਆਂ।
ਜਦ ਲੱਗਿਆ ਪ੍ਰਸ਼ਾਦ ਵਰਤਣ ਲੱਗ ਗਿਆ, ਰੌਲਾ ਪੈਣ ਆ ਗਿਆ ਕਲਯੁਗ। ਤਬ ਸ੍ਰੀ ਗੁਰ ਜਾਣ ਗਏ ਕਲ ਕੋ, ਗੁਰੂ ਅਰਜਨ ਦੇਵ ਜੀ ਜਾਣ ਗਏ ਕਿ ਆ ਗਿਆ ਹੁਣ। ਨਿਜ ਹੀਰ ਸਮਾ ਕੇ ਹੈ ਬਲ ਕੋ, ਇਹ ਕਾਲੇ ਮੂੰਹ ਨੇ ਆਪਣਾ ਕਲਯੁਗ ਨੇ ਆ ਕੇ ਆਪਣਾ ਬਲ ਪਾਇਆ ਹੈ। ਸੰਗਤਾਂ ਤੇ ਰੌਲਾ ਡੰਡ ਰੌਲਾ ਸ਼ੁਰੂ ਹੋਇਆ। ਬੜ ਹੋਤ ਕਲਾਹਲ ਮੰਗਲ ਕੋ, ਬਹੁਤ ਰੌਲਾ ਪੈਣ ਲੱਗ ਗਿਆ। ਤੈ ਕਾਲ ਕੀਓ ਕਲ ਦੰਗਲ ਕੋ, ਇਉਂ ਬੜਾ ਭਾਰੀ ਸਤ ਸੰਗਤ ਜੀ ਦੰਗਲ ਕੀਤਾ ਕਲਯੁਗ ਨੇ। ਸਭ ਸੰਗਤ ਨੇ ਦਰਸ਼ਨ ਕਰਿਓ, ਸਾਰੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਪਗ ਪੰਕਜ ਪੈ ਨਿਜ ਸੀਸ ਤਰਿਓ, ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਤੇ ਸਿਰ ਰੱਖਿਆ। ਉਨ ਜਾਤ ਪਏ ਨਿਜ ਧਾਮਨ ਕੋ, ਸਾਰੀਆਂ ਸੰਗਤਾਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਗਈਆਂ। ਹਰ ਖੰਤ ਲਗੇ ਨਿਜ ਕਾਮਨ ਕੋ, ਖੁਸ਼ੀ ਧਾਰ ਕੇ ਸਤ ਸੰਗ ਦੀ ਬਾਣੀ ਪੜ੍ਹਦੇ ਸਿੱਖ ਆਪੋ ਆਪਣੇ ਕੰਮਾਂ 'ਚ ਲੱਗ ਗਏ। ਗਨ ਮੰਗਤ ਕੋ ਗੁਰ ਦੇਖ ਤਵੇ, ਇੱਧਰ ਗੁਰੂ ਅਰਜਨ ਦੇਵ ਜੀ ਨੇ ਖਾਲਸਾ ਜੀ ਮੰਗ ਤੇ ਆਏ ਨਾ ਜਿਹੜੇ, ਉਹਨਾਂ ਨੂੰ ਦੇਖ ਕੇ ਧਨ ਦੇਤ ਪਏ ਕਰ ਲੀਨ ਸਭੈ, ਹੱਥ 'ਚ ਪਕੜ ਕੇ ਧਨ ਦਾਨ ਬਹੁਤ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੀ ਖੁਸ਼ੀ ਵਿੱਚ ਮੈਂ ਸ਼ੂਸ਼ ਗਇਓ ਗੁਰ ਕੇ ਦਰ ਤੇ, ਗੁਰੂ ਕੇ ਦਰੋਂ ਕੋਈ ਮੰਗਤਾ ਖਾਲੀ ਨਹੀਂ ਗਿਆ ਹੈ। ਪਟ ਦੀਨ ਕਿਸੂ ਇਸ ਜੋ ਧਰਤੇ, ਜਿਹੜੇ ਇੱਛਾ ਧਾਰਦੇ ਸੀ ਵਸਤਰਾਂ ਦੀ, ਉਹਨਾਂ ਨੂੰ ਵਸਤਰ ਵੀ ਦਿੱਤੇ ਗੁਰੂ ਅਰਜਨ ਦੇਵ ਜੀ ਨੇ ਦਾਨ। ਨਰ ਬ੍ਰਿੰਦ ਜੋ ਬਾਦ ਬਜਾਵਤ ਹੈ, ਬਹੁਤ ਸਾਰੇ ਬਾਜੇ ਜਿਹੜੇ ਵਜਾਉਂਦੇ ਸੀ। ਗਨ ਰਾਗਨ ਕੋ ਮੁਖ ਗਾਵਤ ਹੈ, ਰਾਗਾਂ ਨੂੰ ਗਾਉਂਦੇ ਸੀ ਜਿਹੜੇ ਭੱਟ ਬੰਦੀ ਜਨ। ਸਭ ਕੋ ਤਨ ਦੀਨ ਪ੍ਰਸੰਨ ਕਰੇ, ਸਾਰਿਆਂ ਨੂੰ ਧਨ ਦੀ ਇੱਛਾ ਵਾਲਿਆਂ ਨੂੰ ਧਨ ਦੇ ਕੇ ਖੁਸ਼ ਕੀਤਾ। ਸੁਤ ਜੀਵੋ ਆਸਖਤਾ ਉਚਰੇ, ਮਹਾਰਾਜ ਨੇ ਅਸ਼ੀਰਵਾਦ ਦਿੱਤੀ, ਹੈ ਸਾਡੇ ਪੁੱਤਰ ਗੁਰੂ ਕੇ ਸਿੱਖੋ, ਚਿਰ ਕਾਲ ਜਿਉਂਦੇ ਰਹੋ, ਬਾਣੀ ਪੜ੍ਹਦੇ ਰਹੋ। ਜਿਮ ਗ੍ਰੰਥ ਸਮਾਪਤ ਆਪ ਕਰਿਓ, ਕਿਉਂ ਗੁਰੂ ਗ੍ਰੰਥ ਸਾਹਿਬ ਸਤ ਸੰਜੀ ਸੰਪੂਰਨ ਕੀਤਾ ਗੁਰੂ ਅਰਜਨ ਦੇਵ ਜੀ ਨੇ। ਬਹੁ ਭਾਂਤ ਮਹਾਤਮ ਕੋ ਉਚਰਿਓ, ਬੜਾ ਭਾਰੀ ਮਹਾਤਮ ਪੜਨ ਦਾ ਸੁਣਨ ਦਾ ਉਚਾਰਿਆ। ਸਰ ਰਾਮ ਸਨਾਨੈ ਆਨ ਕਰਨ, ਕੀ ਕਿਹਾ? ਕਹਿੰਦੇ ਭਾਈ ਇਹ ਰਾਮਸਰ ਸਰੋਵਰ ਦੇ ਕਿਨਾਰੇ ਤੇ ਅਸੀਂ ਇਹ ਗੁਰਬਾਣੀ ਦਾ ਅਸੀਂ ਸੰਗ੍ਰਹਿ ਕੀਤਾ ਹੈ। ਜਿਹੜਾ ਰਾਮਸਰ ਤੀਰਥ ਦੇ ਦਰਸ਼ਨ ਕਰੇਗਾ, ਇਸ਼ਨਾਨ ਕਰੇਗਾ, ਦਰਸ਼ੇ ਇਸ ਥਾਨ ਜੋ ਪਾਉ ਧਰਨ, ਪ੍ਰੇਮ ਧਾਰ ਕੇ ਜਿਹੜਾ ਸੁਖ ਇਸ ਰਾਮਸਰ ਸਥਾਨ ਦੇ ਦਰਸ਼ਨ ਕਰੇਗਾ, ਗਨ ਪਾਪਨ ਖਾਪਤ ਸੋ ਛਿਨ ਮੈਂ, ਇੱਕ ਛਿਨ ਚ ਉਹਦੇ ਸਾਰੇ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਜਾਇਆ ਕਰਨਗੇ। ਐਡਾ ਵੱਡਾ ਰਾਮਸਰ ਸਰੋਵਰ ਦਾ ਮਹਾਤਮ ਕਿਹਾ। ਗੁਰ ਕੀ ਸ਼ਰਧਾ ਵਰਦੈ ਮਨ ਮੈਂ, ਪਾਪ ਨਾਸ ਹੋ ਜਾਇਆ ਕਰਨਗੇ ਇਸ਼ਨਾਨ ਕਰਨ ਵਾਲੇ ਦੇ, ਉਹਦੇ ਹਿਰਦੇ 'ਚ ਸ਼ਰਧਾ ਵਧੇਗੀ। ਉਠ ਸ੍ਰੀ ਗੁਰ ਆਵਤ ਭੇਪੁਰ ਕੋ, ਜੋ ਮਹਾਤਮ ਦੱਸ ਕੇ ਸੱਚੇ ਪਾਤਸ਼ਾਹ ਨੇ ਸਤ ਸੰਜੀ ਗ੍ਰੰਥ ਸਾਹਿਬ ਜੀ ਉੱਥੋਂ ਸਤ ਸੰਗਤ ਜੀ ਸਵਾਰਾ ਚੁਕਵਾ ਲਿਆ। ਆਪ ਜੀ ਉੱਥੋਂ ਉੱਠ ਕੇ ਸਵਾਰੇ ਦੇ ਸਮੇਤ ਆਉਂਦੇ ਪਏ। ਗੁਰਦਾਸ ਸਮੇਤ ਸੁਧੀ ਔਰ ਕੋ, ਜਿਹੜੇ ਸੁਧ ਹਿਰਦੇ ਵਾਲੇ ਭਾਈ ਗੁਰਦਾਸ ਜੀ ਵੀ ਨਾਲ ਹਨ। ਲੈ ਸੰਗ ਸੋ ਗ੍ਰੰਥ ਹੈ ਆਪਨ ਕੈ, ਗ੍ਰੰਥ ਸਾਹਿਬ ਜੀ ਲੈ ਕੇ ਆਏ ਸੰਗਤਾਂ ਸਮੇਤ। ਹਰਮੰਦਰ ਮੈਂ ਬਰਥਾਪਨ ਕੈ, ਸੋਹਣੇ ਹਰਮੰਦਰ ਸਾਹਿਬ ਚ ਖਾਲਸਾ ਜੀ ਜਿੱਥੇ ਅੱਜ ਆਪਾਂ ਪ੍ਰਕਾਸ਼ ਦੇਖਦੇ ਹਾਂ ਮਹਾਰਾਜ ਜੀ ਦਾ, ਇੱਥੇ ਆ ਕੇ ਪ੍ਰਕਾਸ਼ ਕੀਤਾ। ਹੋਏ ਪੂਜ ਸਦਾ ਇਸ ਥਾਨ ਵਿਖੇ, ਮਹਾਰਾਜ ਕਹਿੰਦੇ ਭਾਈ ਇੱਥੇ ਸਦਾ ਪੂਜਾ ਹੁੰਦੀ ਰਹੇ ਗੁਰੂ ਗ੍ਰੰਥ ਸਾਹਿਬ ਦੀ। ਖਾਲਸਾ ਜੀ ਹਰਮੰਦਰ ਸਾਹਿਬ ਜਿਹੜਾ ਸਥਾਨ ਹੈ, ਉੱਥੇ ਵਿਅਕਤੀਗਤ ਗੁਰੂ ਨੇ ਪੂਜਾ ਨਹੀਂ ਕਰਾਈ। ਗੁਰੂ ਅਰਜਨ ਦੇਵ ਜੀ ਵੀ ਗੱਦੀ ਲਾ ਕੇ ਉੱਥੇ ਨਹੀਂ ਬੈਠੇ। ਜੇ ਹਰਮੰਦਰ ਸਾਹਿਬ ਸਥਾਨ ਹੈ ਤਾਂ ਅਸਲੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਹਰਮੰਦਰ ਸਾਹਿਬ ਹੀ ਹੈ। ਹਰਮੰਦਰ ਸਾਹਿਬ ਨੂੰ ਕਿਸੇ ਨੇ ਗੁਰਦੁਆਰਾ ਵੀ ਨਹੀਂ ਕਦੇ ਕਿਹਾ ਹੈ। ਗੁਰਦੁਆਰੇ ਸਾਰੇ ਜਗਤ ਵਿੱਚ ਹਨ। ਪ੍ਰਤੱਖ ਸਤ ਸੰਗਤ ਹਰੀ ਅਕਾਲ ਪੁਰਖ ਅੰਤਰਜਾਮੀ ਦਾ ਮੰਦਿਰ ਹੈ, ਜਿੱਥੇ ਜੇ ਗੁਰਤਾ ਗੱਦੀ ਲਾ ਕੇ ਬੈਠੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਬੈਠ ਸੁਸ਼ੋਭਿਤ ਹੋਏ। ਗੁਰੂ ਅਰਜਨ ਦੇਵ ਜੀ ਸੰਗਤਾਂ 'ਚ ਬੈਠਦੇ ਰਹੇ। ਬੌਰੋਂ ਸਮੁਦਾਇ ਪਠੇ ਸੋ ਲਿਖੇ, ਮਹਾਰਾਜ ਪਿਛਲੀ ਪੰਕਤੀ ਪੜੋ। ਹੋਏ ਪੂਜ ਸਦਾ ਇਸ ਥਾਨ ਵਿਖੇ, ਮਹਾਰਾਜ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਸਦਾ ਹੀ ਇੱਥੇ ਪੂਜਾ ਹੋਇਆ ਕਰੇਗੀ ਹਰਮੰਦਰ ਸਾਹਿਬ ਵਿੱਚ। ਬੌਰੋਂ ਸਮੁਦਾਇ ਪਠੇ ਸੋ ਲਿਖੇ, ਫਿਰ ਅੱਗੇ ਨੂੰ ਬਹੁਤ ਸਾਰੇ ਸਿੱਖ ਪੜ੍ਹਨਗੇ ਵੀ, ਲਿਖਾਈ ਵੀ ਹੋਰ ਲਿਖ ਲਿਆ ਕਰਨਗੇ। ਛਾਪੇ ਖਾਨੇ ਤਾਂ ਉਦੋਂ ਹੈ ਨਹੀਂ ਸੀ। ਸਿੱਖ ਸਤ ਸੰਜੀ ਇੱਕ ਦੂਜੇ ਦੀ ਪੋਥੀ ਤੋਂ ਉਤਾਰਾ ਕਰਿਆ ਕਰਦੇ। ਇਸ ਭਾਂਤ ਕਰਿਓ ਕਰ ਫੇਰ ਗਏ, ਇਉਂ ਸਤ ਸੰਗਤ ਜੀ ਉੱਥੇ ਪ੍ਰਕਾਸ਼ ਕਰਕੇ
ਆਪ ਜੀ ਫੇਰ ਗੁਰੂ ਕੇ ਮਹਿਲਾਂ ਨੂੰ ਗਏ। ਪਦ ਬੰਦਤ ਗੰਗ ਆਨੰਦ ਕੀਏ। ਜਦੋਂ ਮਹਿਲਾਂ 'ਚ ਪ੍ਰਵੇਸ਼ ਹੋਏ, ਮਾਤਾ ਗੰਗਾ ਨੇ ਖੁਸ਼ੀ ਧਾਰ ਕੇ ਪਤੀ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ। ਨਿਜ ਨਿਸਬਾਸ ਕਰੇ ਕਰ ਫੇਰ ਸਦਾ। ਆਪ ਜੀ ਰਾਤ ਨੂੰ ਸਤ ਸੰਗਤ ਜੀ ਮਹਿਲਾਂ 'ਚ ਰਹਿੰਦੇ ਹਨ। ਹਰ ਮੰਦਰ ਆਵੇਂ ਪ੍ਰਾਂਤ ਸਦਾ। ਤੜਕੇ ਹੁੰਦਿਆਂ ਹੀ ਹਰਮੰਦਰ ਸਾਹਿਬ 'ਚ ਆ ਜਾਂਦੇ ਹਨ। ਤੈਂ ਬੈਠੇ ਦਿਓਸ ਬਤਾਵਤ ਹੈ। ਸਾਰਾ ਦਿਨ ਹਰਮੰਦਰ ਸਾਹਿਬ 'ਚ ਦੀਵਾਨ 'ਚ ਬੈਠੇ ਰਹਿੰਦੇ ਨੇ ਗੁਰੂ ਅਰਜਨ ਦੇਵ ਜੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ। ਗੁਰਦਾਸ ਤੇ ਪਾਠ ਕਰਾਵਤ ਹੈ। ਭਾਈ ਗੁਰਦਾਸ ਜੀ ਤੋਂ ਪਾਠ ਸੁਣਦੇ ਰਹਿੰਦੇ ਨੇ ਖਾਲਸਾ ਜੀ। ਆਪ ਜੀ ਕੋਲੇ ਬੈਠਦੇ ਨੇ। ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਰਹਿੰਦਾ। ਤਬ ਆਪ ਸੁਨੇ ਸਿੱਖ ਹੋਏ ਘਨੇ। ਕਦੇ ਆਪ ਵੀ ਸੁਣਦੇ, ਨਾਲੇ ਸਿੱਖ ਸੰਗਤਾਂ ਬਹੁਤ ਆਉਂਦੀਆਂ ਕਿ ਗੁਰੂ ਅਰਜਨ ਦੇਵ ਜੀ ਪਾਠ ਸੁਣ ਰਹੇ ਨੇ, ਚਲੋ ਚੱਲ ਕੇ ਆਪਾਂ ਵੀ ਬਾਣੀ ਸੁਣੀਏ। ਅੱਗੇ ਵੀ ਸਤ ਸੰਗਤ ਜੀ ਬਜ਼ੁਰਗ ਭਾਵੇਂ ਅਨਪੜ੍ਹ ਹੁੰਦੇ ਪਿੰਡਾਂ 'ਚ, ਜੇ ਕਿਸੇ ਦੇ ਘਰ ਅਖੰਡ ਪਾਠ ਹੋਣਾ ਨਾ, ਸਵੇਰੇ ਵੀ ਸ਼ਾਮ ਨੂੰ ਵੀ ਬਜ਼ੁਰਗਾਂ ਨੇ ਭਾਵੇਂ ਸੋਟੀ ਫੜਨੀ ਹੱਥ 'ਚ, ਕਿਸੇ ਖੂੰਡੀ, ਕਿਸੇ ਛੋਟੀ ਬੁੜੀਆਂ ਦੇ ਵੀ, ਚਲੋ ਭਾਈ ਮਹਾਰਾਜ ਦੀ ਬਾਣੀ ਸੁਣੀਏ। ਜਿੰਨੀ ਸਮਝ ਆਊ ਓਨਾ ਹੀ। ਸੋਣਾ ਨਹੀਂ, ਐਨ ਕੋਲੇ ਬੈਠ ਕੇ ਜਿਵੇਂ ਸਤ ਸੰਗਤ ਜੀ ਸਹਿਤ ਤੇ ਮੱਖੀਆਂ ਬਹਿੰਦੀਆਂ ਨੇ ਨਾ, ਐ ਪਿਆਰ ਨਾਲ ਅੱਗੇ ਸੁਣਿਆ ਕਰਦੇ ਸੀ। ਉਹ ਖਾਲਸਾ ਜੀ ਦਿਨੋਂ ਦਿਨ ਜਿਹੜੇ ਸੁਣਨ ਵਾਲੇ ਬਜ਼ੁਰਗ ਸੀ ਗਾਹਾਂ ਲੰਘ ਗਏ। ਹੁਣ ਸਤ ਸੰਗਤ ਜੀ ਖੰਡ ਪਾਠ ਵਾਲੇ ਦੇ ਘਰ ਜਾ ਕੇ ਹਾਕ ਮਾਰ ਕੇ ਕਹਿਣ ਲੱਗੇ, ਕਿੱਥੇ ਕਾ ਮੰਜਾਡਾ ਹੈ, ਆ ਜਾ ਇੱਧਰ ਲਿਆ, ਮੈਨੂੰ ਬਣਾ ਬੋਤਲ ਵੀ ਤੂੰ ਵੀ ਲਿਆ, ਤੂੰ ਵੀ ਆ ਜਾ। ਐਂ ਕਹਿਣ ਵਾਲੇ ਤਾਂ ਹਨਗੇ ਜੰਮੇ ਹੋਏ। ਉਧਰ ਪਾਠੀ ਖੰਡ ਪਾਠ ਕਰਦੇ ਹੁੰਦੇ ਨੇ। ਸਪੀਕਰ ਕਹਿੰਦੇ ਸੁਣੀ ਜਾਂਦਾ ਬਾਹਰ, ਇੱਥੇ ਲੱਗਿਆ ਹੀ ਹੋਇਆ, ਲਿਆ ਤੂੰ ਇੱਥੇ ਹਨੇਰੇ ਜੇ ਮੰਜੇ ਤੇ ਬੈਠੀਏ, ਲਿਆ ਜੋ ਕੁਝ ਖਾਣ ਪੀਣ ਨੂੰ। ਉਹ ਵੀ ਤਿਆਰ ਰੱਖਦਾ ਖੰਡ ਪਾਠ ਕਰਨਾ, ਕਿਹੜਾ ਨਿਤ ਨਿਤ ਕਰਾਉਣਾ। ਸੋ ਖਾਲਸਾ ਜੀ ਇਹ ਪਾਪ ਹੈ, ਪੁੰਨ ਨਹੀਂ। ਧਾਰਮਿਕ ਸਤ ਸੰਗਤ ਜੀ ਸਮਾਗਮ ਕਰਨਾ ਘਰ ਵਿੱਚ, ਫੇਰ ਉਹਦੇ ਉਲਟ ਸਤ ਸੰਗਤ ਜੀ ਕਿਰਿਆ ਕਰਨੀ ਘਰ ਦੇ ਅੰਦਰ। ਉਦੋਂ ਕਰ ਲੋ, ਬੁਲਾਓ ਜਿਹਨੂੰ ਬੁਲਾਉਣਾ। ਸਤ ਸੰਗਤ ਜੀ ਇਹੋ ਜਿਹਾ ਕੋਈ ਖਾਈ ਪੀ ਚੱਲੋ, ਪਰ ਇਹ ਤਾਂ ਨਹੀਂ ਵੀ ਮਹਾਰਾਜ ਦਾ ਪ੍ਰਕਾਸ਼ ਹੋਵੇ ਇੱਕ ਪਾਸੇ ਪਾਠੀ ਪਾਠ ਕਰਦੇ ਆ। ਉਹ ਪਾਠੀ ਵਿਚਾਰੇ ਸਤ ਸੰਗਤ ਜੀ ਬੇਰੁਜ਼ਗਾਰੀ ਕਰਕੇ, ਉਹਨਾਂ ਨੇ ਵੀ ਬੱਚੇ ਪਾਲਣੇ ਨੇ, ਕਹਿੰਦੇ ਚਲੋ ਜਿਵੇਂ ਮਰਜ਼ੀ ਕਰਨ ਕਰਦੇ, ਸਾਨੂੰ ਤਾਂ ਦੇਣਗੇ ਹੀ ਕੁਛ। ਉਹ ਸਤ ਸੰਗਤ ਜੀ ਤਾਂ ਵਿਚਾਰੇ ਲੱਗੇ ਹੋਏ ਨੇ ਪਾਠ ਤੇ। ਸੋ ਐਸੇ ਵਿਵਹਾਰ ਵਿੱਚ ਕਦੇ ਲਾਭ ਨਹੀਂ ਹੋਇਆ ਕਰਦਾ। ਜਦੋਂ ਫਿਰ ਕਿਤੇ ਸਤ ਸੰਗਤ ਜੀ ਜਨ ਦੀ ਬਸ ਬੁਸ ਉਲਟ ਜੇ, ਜਾਂ ਕੋਈ ਝਗੜਾ ਪੈ ਜੇ, ਕਹਿੰਦੇ ਅਸੀਂ ਤਾਂ ਅਖੰਡ ਪਾਠ ਵੀ ਕਰਾਇਆ ਸੀ, ਅਸੀਂ ਤਾਂ ਆਹ ਕੁਛ ਵੀ ਕਰਾਇਆ ਸੀ, ਆਹ ਖਬਨੀ ਕਿੱਧਰੋਂ ਵਿਘਨ ਪੈ ਗਿਆ, ਸਾਨੂੰ ਤਾਂ ਕੁਛ ਨਹੀਂ ਗੁਰੂ ਨੇ ਪੈਦਾ ਕੀਤਾ। ਫਿਰ ਮਿਹਣੇ ਮਾਰਨੇ ਖਾਲਸਾ ਜੀ। ਵਾਹਿਗੁਰੂ ਕਿਰਪਾ ਕਰੇ, ਜਿਹੜਾ ਧਰਮ ਦਾ ਕਰਮ ਹੋਵੇ ਖਾਲਸਾ ਜੀ, ਉਸ ਨੂੰ ਬਹੁਤ ਹੀ ਵਿਚਾਰਨਾ ਕਰਨਾ ਚਾਹੀਏ। ਬਹੁਤ ਸਾਰੀਆਂ ਸੰਗਤਾਂ ਬਾਣੀ ਸੁਣਦੀਆਂ, ਗੁਰੂ ਅਰਜਨ ਦੇਵ ਜੀ ਬਾਣੀ ਸੁਣਦੇ, ਭਾਈ ਗੁਰਦਾਸ ਜੀ ਐ ਟਿਕਾ ਕੇ ਪਾਠ ਕਰਦੇ ਹਨ। ਧਰ ਪ੍ਰੇਮ ਮਹਾ ਸਤਨਾਮ ਭਣੇ। ਪ੍ਰੇਮ ਧਾਰ ਕੇ ਜਦੋਂ ਸਤ ਸੰਗਤ ਜੀ ਸੰਗਤ ਦੇ ਹਿਰਦਿਆਂ ਵਿੱਚ ਨਾ ਕੋਈ ਸ਼ਬਦ ਦਾ ਐ ਟੁੰਬਦਾ ਹੈ, ਕਿਸੇ ਹਿਰਦੇ ਨੂੰ ਸ਼ਬਦ ਖਿੱਚ ਪੈਂਦੀ ਹੈ, ਤਾਂ ਹਰ ਇੱਕ ਦੇ ਮੂੰਹ ਤੋਂ ਵਾਹਿਗੁਰੂ ਨਿਕਲਦਾ ਹੈ। ਨਿਤ ਰੀਤ ਇਸੀ ਸੋ ਬਤੀਤ ਕਰੇ। ਜਿਉਂ ਭਾਈ ਸਤਿਗੁਰੂ ਜੀ ਰੋਜ਼ ਨਿਤਨੇਮ ਨਾਲ ਬਾਣੀ ਸੁਣਦੇ ਨੇ, ਨਾਲੇ ਸੰਗਤਾਂ ਇਕੱਠੀਆਂ ਹੋ ਕੇ ਹਰਮੰਦਰ ਸੁਣਦੀਆਂ। ਦਰਸੇ ਗਨ ਸੰਗਤ ਮੋਦ ਪਰੇ। ਆਨੰਦ ਧਾਰ ਕੇ ਸੰਗਤਾਂ ਦਰਸ਼ਨ ਕਰਦੀਆਂ ਆ ਕੇ। ਬਹੁ ਦੇਸ਼ ਵਿਦੇਸ਼ਨ ਤੇ ਚੱਲ ਕੇ। ਦੇਸਾਂ ਪ੍ਰਦੇਸਾਂ ਤੋਂ ਚੱਲ ਕੇ। ਅਰਪੇ ਧਨ ਆਨ ਗੁਰੂ ਮਿਲ ਕੇ। ਸੰਗਤਾਂ ਆਉਣ ਲੱਗ ਗਈਆਂ। ਪਤਾ ਲੱਗ ਗਿਆ ਜਿਉਂ ਜਿਉਂ ਕਿ ਮਹਾਰਾਜ ਨੇ ਤਾਂ ਬਾਣੀ ਸੋਹਣੀ ਸੰਗ੍ਰਹਿ ਕੀਤੀ ਹੈ, ਤਿਆਰ ਦਰਸ਼ਨ ਹੁੰਦੇ ਨੇ। ਚਲੋ ਚੱਲੀਏ। ਆ ਕੇ ਹਰਿਮੰਦਰ ਸਾਹਿਬ ਮੱਥਾ ਟੇਕਦੇ ਭੇਟਾ, ਨਾਲੇ ਬਾਣੀ ਸੁਣਦੇ। ਪਸਰੀ ਇਹੋ ਬਾਤ ਜਾਂ ਰੋਕਾਂ। ਜਿੱਥੇ ਕਿੱਥੇ ਬਾਤ ਫੈਲ ਗਈ ਕਿ ਹਰਿਮੰਦਰ ਸਾਹਿਬ ਅੱਜ ਸੁਸ਼ੋਭਿਤ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਵੀ ਭਾਈ ਹਰਿਮੰਦਰ ਸਾਹਿਬ ਚ ਹੀ ਸੋਭਦਾ ਹੈ। ਹਰਿਮੰਦਰ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਸੋਭਦਾ ਹੈ। ਅੱਜ ਸਤ ਸੰਗਤ ਜੀ ਆਹ ਸਥਾਨ ਮਹਾਰਾਜ ਕਰਕੇ ਹੀ ਸੋਭਦਾ ਨਾ। ਇਹੋ ਜਿਹੇ ਹੋਰ ਹਾਲ ਗੌਰਮੈਂਟ ਦੇ ਬਥੇਰੇ ਬਣਾਏ ਹੋਣਗੇ, ਪਰ ਆਹ ਜਿਹੜਾ ਸਥਾਨ ਹੈ, ਸੋ ਸਤ ਸੰਗਤ ਜੀ ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਹਨੇ ਸਤਿਗੁਰ ਦੇਖਿਆ ਜਾਏ। ਸਤਿਗੁਰਾਂ ਕਰਕੇ ਸ਼ੋਭਨੀਕ ਹੈ। ਗੁਰ ਗ੍ਰੰਥ ਰਚਿਓ ਫਲ ਜਾਏ ਮਹਾ। ਗੁਰੂ ਗ੍ਰੰਥ ਸਾਹਿਬ ਰਚਿਆ ਹੈ, ਜਿਨ੍ਹਾਂ ਦੇ ਦਰਸ਼ਨਾਂ ਦਾ ਫਲ ਬਹੁਤ ਹੈ। ਕਰ ਚਾਓ ਧਰੇ ਉਰ ਪਾਓ ਨਰਨ। ਹਿਰਦੇ ਚ ਪ੍ਰੇਮ ਹੈ,
ਚਾਹ ਕਰਕੇ ਸਾਰੇ ਸਿੱਖ ਆਉਂਦੇ ਨੇ। ਸਭ ਆਏ ਬਲੋਕਣ ਪਾਸ ਗੁਰਨ, ਗੁਰੂ ਸਾਹਿਬ ਦੇ ਕੋਲੇ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ। ਕਰ ਪ੍ਰੀਤ ਸੁਨੇ ਸਤਨਾਮ ਜਪੈ, ਜਿਹੜੇ ਹੋ ਕੇ ਸਤ ਸੰਗਤ ਜੀ ਸੱਚਾ ਨਾਮ ਜਪਦੇ ਨੇ, ਨਾਲੇ ਪ੍ਰੀਤੀ ਨਾਲ ਸੁਣਦੇ ਨੇ ਬਾਣੀ। ਤਿਨ ਪਾਪ ਕਲਾਪਨ ਤਾਪ ਖਪੈ, ਜਿਨ੍ਹਾਂ ਨੇ ਸਤ ਸੰਗਤ ਦੀ ਭਾਵਨਾ ਨਾਲ ਸੁਣਿਆ ਬਾਣੀ ਨੂੰ, ਉਹਨਾਂ ਦੇ ਇੱਕ ਜਨਮ ਦੇ ਕੀ ਸਾਰੇ ਜਨਮਾਂ ਜਨਮਾਂ ਦੇ ਪਾਪ ਨਾਸ ਹੋ ਗਏ। ਨਿਜ ਤਾਮਨ ਜਾਏ ਸੁਨਾਏ ਤਬੈ, ਫਿਰ ਦਰਸ਼ਨ ਕਰਕੇ ਬਾਣੀ ਸੁਣ ਕੇ 5-7 ਦਿਨ 10 ਦਿਨ ਰਹਿ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾ ਕੇ ਹੋਰਾਂ ਨੂੰ ਦੱਸਦੇ ਨੇ, ਸਿੱਖਾਂ ਨੂੰ, ਕਿ ਭਾਈ ਅੰਮ੍ਰਿਤਸਰ ਤਾਂ ਇਸ ਵੇਲੇ ਸਤਜੁਗ ਬਣਿਆ ਹੋਇਆ, ਬਾਣੀ ਦੇ ਪ੍ਰਵਾਹ ਚੱਲਦੇ ਨੇ। ਦਰਸੇ ਹਮ ਵੀ ਅਮੰਗਤ ਸਵੈ, ਜਿਹੜੇ ਸੁਣ ਲੈਂਦੇ ਨੇ ਉਹ ਵੀ ਉਤਸ਼ਾਹ ਕਰਦੇ ਨੇ, ਅਸੀਂ ਵੀ ਚੱਲ ਕੇ ਦਰਸ਼ਨ ਕਰੀਏ। ਦੋਹਰਾ ਮੰਗਟ ਵਾਸੀ ਸਿੱਖ ਜੋ, ਖਾਲਸਾ ਜੀ ਮੰਗਟ ਪਿੰਡ, ਮੰਗਟ ਗੋਤ ਵੀ ਹੈ, ਮੰਗਟ ਪਿੰਡ ਵੀ ਹੈ। ਇਹ ਪਾਕਿਸਤਾਨ ਵਿੱਚ ਰਹਿ ਗਿਆ। ਉੱਥੇ ਸਤ ਸੰਗਤ ਜੀ ਮੰਗਟ ਦਾ ਰਹਿਣ ਵਾਲਾ ਇੱਕ ਸਿੱਖ, ਬੰਨੋ ਜਿਸ ਕੋ ਨਾਮ, ਉਹਦਾ ਨਾਮ ਭਾਈ ਬੰਨੂ ਸੀ। ਖਾਲਸਾ ਜੀ ਬਹੁਤ ਸੰਗਤ ਲੈ ਸੰਗ ਨਿਜ, ਉਹਨੂੰ ਪਤਾ ਲੱਗਿਆ ਮਹਾਰਾਜ ਜੀ ਬਾਣੀ ਤਿਆਰ ਕੀਤੀ, ਸੁਣਦੇ ਨੇ। ਬਹੁਤ ਸੰਗਤਾਂ ਪਿੰਡ ਦੀਆਂ ਇਰਦ ਗਿਰਦ ਇਲਾਕੇ ਦੀਆਂ ਇਕੱਠੀਆਂ ਕਰਕੇ ਆਪ ਜਥੇਦਾਰ ਬਣ ਕੇ ਮੁਖੀ ਨਾਲ ਆਇਆ। ਦਰਸੇ ਗੁਰ ਅਬਰਾਮ, ਚਲੋ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰੀਏ ਬਾਣੀ ਸਮੇਤ। ਚੌਪਈ ਸੁਣ ਬੰਨੋ ਸਗਰੀ ਗੁਰ ਕਥਾ, ਸਤ ਸੰਗਤ ਜੀ ਸਤਿਗੁਰੂ ਮਹਾਰਾਜ ਦੀ ਇਹ ਸਾਰੀ ਕਥਾ ਸੁਣ ਕੇ ਬੰਨੂ ਨੇ ਸਿੱਖਾਂ ਕੋਲੋਂ, ਕਿ ਮਹਾਰਾਜ ਜੀ ਨੇ ਰਾਮਸਰ ਸਰੋਵਰ ਤੇ ਟੇਕ ਕੇ ਸਰੂਪ ਤਿਆਰ ਕੀਤਾ ਗ੍ਰੰਥ ਸਾਹਿਬ। ਹਰਿਮੰਦਰ ਸਾਹਿਬ ਪ੍ਰਕਾਸ਼ ਹੋ ਗਿਆ ਹੈ, ਸੰਗਤਾਂ ਦਰਸ਼ਨ ਕਰਦੀਆਂ। ਉੱਥੇ ਇੰਨੀ ਭੀੜ ਆ, ਬਾਰੀ ਨਹੀਂ ਆਉਂਦੀ। ਇਹ ਵੀ ਸੰਗਤਾਂ ਲੈ ਕੇ ਆਇਆ। ਕਰਿਓ ਗ੍ਰੰਥ ਸਭ ਵੇਦਨ ਮੱਥਾ, ਕਿ ਸਾਰੇ ਵੇਦਾਂ ਦਾ ਸਿਧਾਂਤ ਉਦੋਂ ਵੀ ਉੱਤਮ ਗ੍ਰੰਥ ਸਾਹਿਬ ਰਚਿਆ ਹੈ ਗੁਰੂ ਅਰਜਨ ਦੇਵ ਜੀ ਨੇ। ਗਨ ਸੰਗਤ ਲੈ ਕਰ ਤਬ ਆਇਓ, ਆ ਗਿਆ ਸੰਗਤ ਲੈ ਕੇ ਭਾਈ ਬੰਨੂ ਸਾਧ ਸੰਗਤ ਜੀ। ਤਰੀ ਅਪਾਇਨ ਪਗ ਲਪਟਾਇਓ, ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨਾਲ ਲਪਟ ਗਿਆ, ਭੇਟਾ ਰੱਖੀ। ਸਭ ਸੰਗਤ ਨੇ ਦਰਸ਼ਨ ਕੀਨਸ, ਇਹਦੇ ਨਾਲ ਜੋ ਸੰਗਤ ਆਈ ਸੀ ਸਭ ਨੇ ਦਰਸ਼ਨ ਕੀਤੇ। ਸੁਨੇ ਗ੍ਰੰਥ ਸਾਹਿਬ ਹਿਤ ਦੀਨਸ, ਜਦੋਂ ਖਾਲਸਾ ਜੀ ਸੰਗਤ ਸਮੇਤ ਭਾਈ ਬੰਨੂ ਨੇ ਬੈਠ ਕੇ ਬਾਣੀ ਸੁਣੀ। ਕੇਤਕ ਦਿਨ ਬਾਸੇ ਗੁਰ ਤੀਰ, ਕਿਤਨੇ ਕੁ ਦਿਨ ਅੰਮ੍ਰਿਤਸਰ ਰਹੇ ਤੇ ਬਾਣੀ ਸੁਣਦੇ ਰਹੇ। ਲੀਏ ਸੰਗ ਸੰਗਤ ਕੀ ਪੀਰ, ਬੜੀ ਭਾਰੀ ਸੰਗਤ ਦੀ ਭੀੜ ਹੈ ਭਾਈ ਬੰਨੂ ਦੇ ਨਾਲ। ਭਇਓ ਤਿਆਰ ਗਰ ਅੰਚਰ ਡਾਰੀ, ਰਿਹਾ ਨਾ ਗਿਆ ਖਾਲਸਾ ਜੀ, ਗੁਰਬਾਣੀ ਨਾਲ ਹਿੱਤ ਜਾਗਿਆ। ਜਦੋਂ ਵਾਪਸ ਜਾਣਾ ਸੀ ਆਪਣੇ ਸੰਗਤ ਨੂੰ ਨਾਲ ਲੈ ਕੇ ਆਪਣੇ ਇਲਾਕੇ ਨੂੰ, ਗਲ ਵਿੱਚ ਪੱਲਾ ਪਾ ਕੇ ਗੁਰੂ ਅਰਜਨ ਦੇਵ ਜੀ ਸਾਹਮਣੇ ਖੜ ਗਿਆ ਭਾਈ ਬੰਨੂ। ਬੇਨਤੀ ਸ੍ਰੀ ਗੁਰ ਅਗਰ ਉਚਾਰੀ, ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, ਨਾਮ ਗਰੀਬ ਨਵਾਜ ਤੁਮਾਰਾ। ਮਹਾਰਾਜ ਜੀ ਤੁਹਾਡਾ ਨਾਮ ਗਰੀਬ ਨਵਾਜ ਹੈ, ਗਰੀਬਾਂ ਨੂੰ ਤੁਸੀਂ ਨਵਾਜਦੇ ਹੋ, ਵਡਿਆਉਂਦੇ ਹੋ। ਨਿਸਬਾਸੁਰ ਠਾਨਤ ਉਪਕਾਰਾ, ਰਾਤ ਦਿਨ ਪਰਉਪਕਾਰ ਕਰਦੇ ਹੋ ਗੁਰੂ ਅਰਜਨ ਦੇਵ ਜੀ ਤੁਸੀਂ। ਕਲ ਕੇਕ ਨਰਨ ਉਦਾਹਰਨ ਕਾਰਨ, ਆਪ ਜੀ ਨੇ ਕਲਯੁਗ ਦੇ ਜੀਵਾਂ ਦੀ ਕਲਿਆਣ ਕਰਨ ਲਈ ਸਮਝ ਜਹਾਜ ਕੇ ਗ੍ਰੰਥ ਸੁਧਾਰਨ, ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਗ੍ਰੰਥ ਸਾਹਿਬ ਜਹਾਜ਼ ਬਣਾਇਆ ਹੈ। ਸਭ ਦਾਸਨ ਕਾਹੋ ਰਾਖਤ ਮਾਨੂ, ਤੁਸੀਂ ਸਾਰੇ ਸੇਵਕਾਂ ਦਾ ਮਾਨ ਸਤਿਕਾਰ ਰੱਖਦੇ ਹੋ। ਮਨ ਬਾਂਛਤ ਦਿਓ ਕਿਰਪਾ ਨਿਧਾਨੂ, ਇਹ ਕਿਰਪਾ ਦੇ ਖਜ਼ਾਨੇ ਮਨ ਇੱਛਤ ਕਾਮਨਾ ਵੀ ਪੂਰੀਆਂ ਕਰਦੇ ਹੋ। ਜੋ ਕੋਈ ਮੰਗੇ ਉਹ ਕੁਝ ਦਿੰਦੇ ਹੋ। ਦੀਜੇ ਗ੍ਰੰਥ ਸਾਹਿਬ ਹਮ ਮੰਗਾ, ਮੈਂ ਮਹਾਰਾਜ ਜਾਚਨਾ ਕਰਦਾ ਹੱਥ ਜੋੜ ਕੇ, ਮੈਨੂੰ ਇਹ ਗ੍ਰੰਥ ਸਾਹਿਬ ਦੇ ਦਿਓ। ਮੈਂ ਘਰ ਨੂੰ ਲਿਜਾਣਾ ਮਹਾਰਾਜ ਆਪਣੇ ਨਗਰ ਵਿੱਚ। ਉੱਥੇ ਸੰਗਤਾਂ ਸਾਰੀਆਂ ਦਰਸ਼ਨ ਕਰਨ ਗਈਆਂ। ਫੇਰ ਮੈਂ ਮਹਾਰਾਜ ਵਾਪਸ ਕਰ ਜੂਗਾ। ਹਰਿਮੰਦਰ ਸਾਹਿਬ ਤੋਂ ਸੱਚੀ ਕੋਈ ਸਰੂਪ ਤਿਆਰ ਹੋਇਆ ਹੋਵੇ, ਉਹੀ ਸਿੱਖ ਮੰਗ ਲਵੇ। ਹੁਣ ਇੱਕ ਪਾਸੇ ਸਿੱਖ ਜਾਚਨਾ ਕਰ ਰਿਹਾ, ਮਹਾਰਾਜ ਨੇ ਕਾਮਨਾ ਵੀ ਪੂਰੀ ਕਰਨੀ ਹੈ। ਦੂਜੇ ਪਾਸੇ ਸਤ ਸੰਗਤ ਜੀ ਦਿੱਤਾ ਵੀ ਜਾਣਾ ਔਖਾ ਹੈ, ਇੱਕੋ ਹੀ ਜੇ ਹੋਵੇ। ਆਪਾਂ ਆਹ ਤਾਂ ਸਤ ਸੰਗਤ ਗੁਰਬਾਣੀ ਬਹੁਤ ਹੀ ਮੌਲਕ ਹੈ। ਕੋਈ ਹੋਰ ਕੋਈ ਕਿਤਾਬ ਹੋਵੇ ਨਾ, ਕੋਈ ਕਿਤੇ ਛਪੀ ਨਾ ਹੋਵੇ, ਉਹ ਨਹੀਂ ਆਪਾਂ ਹੱਥੋਂ ਚੜਦੇ ਵੀ ਜੇ ਹੱਥੋਂ ਗਈ ਤਾਂ ਮੁੜ ਕੇ ਕਿਹਨੇ ਦੇਣੀ ਆ। ਸਤਿਗੁਰੂ ਅਰਜਨ ਦੇਵ ਜੀ ਕੋਲੇ ਸਤ ਸੰਗਤ ਬੇਨਤੀ ਕੀਤੀ ਨਿਮਰਤਾ ਨਾਲ, ਮਹਾਰਾਜ ਮੈਨੂੰ ਤਾਂ ਗ੍ਰੰਥ ਸਾਹਿਬ ਦੇ ਦਿਓ। ਸਭ ਸਿੱਖਣ ਕੋ ਮਨ ਅਨੁਰਾਗਾ, ਮਹਾਰਾਜ ਮੇਰੇ ਨਾਲ ਦੇ ਸਾਰੇ ਸਿੱਖਾਂ ਦਾ ਮਨ ਪ੍ਰੇਮ ਚ ਭਿੱਜ ਗਿਆ ਹੈ।
ਅਸੀਂ ਲਿਜਾਣਾ ਚਾਹੁੰਦੇ ਹਾਂ। ਦੇਸ਼ ਵਿਖੇ ਸੰਗਤ ਸਮੁਦਾਈ, ਸਾਡੇ ਦੇਸ਼ ਵਿੱਚ ਸੰਗਤਾਂ ਬਹੁਤ ਹਨ। ਦਰਸ਼ਨ ਕਰਿਓ ਚਹਿਤ ਹਿਤ ਲਾਈ। ਪ੍ਰੇਮ ਧਾਰ ਕੇ ਦਰਸ਼ਨ ਕਰਿਆ ਚਾਹੁੰਦੀਆਂ ਮਹਾਰਾਜ ਜੋ ਗ੍ਰੰਥ ਸਾਹਿਬ ਤੁਸੀਂ ਤਿਆਰ ਕੀਤਾ। ਅਬ ਲੋ ਲਿਖਿਓ ਗਇਓ ਨਹੀਂ ਦੂਜਾ। ਹੁਣ ਤੱਕ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਵੀ ਹੋਰ ਤਾਂ ਦੂਜਾ ਲਿਖਿਆ ਨਹੀਂ ਗਿਆ। ਜਿਸਲੇ ਚਾਹੇ ਕਰੇ ਤੈ ਪੂਜਾ। ਜੇ ਮਹਾਰਾਜ ਹੋਰ ਲੈ ਜੀਏ ਨਹੀਂ ਤਾਂ ਉਹਦੀ ਪੂਜਾ ਕਰੀਏ। ਸਭ ਸੰਗਤ ਕੀ ਹੈ ਇਹ ਬੇਨਤੀ। ਬੰਨੂ ਕਹਿੰਦਾ ਮਹਾਰਾਜ ਸਾਰੀ ਸੰਗਤ ਦੀ ਇਹੀ ਬੇਨਤੀ ਹੈ। ਕਰਤੇ ਚਲਤ ਕੀਨ ਇਮ ਗਿਣਤੀ। ਅਸੀਂ ਜਦੋਂ ਚੱਲੇ ਆ ਨਾ ਆਪਣੇ ਘਰਾਂ ਤੋਂ ਨਗਰਾਂ ਤੋਂ, ਉਦੋਂ ਇਹੀ ਚਿਤਵ ਕੇ ਆਏ ਸੀ ਬਈ ਸਤਿਗੁਰੂ ਜੀ ਕੋਲੋਂ ਲਿਆਉਣਾ ਗ੍ਰੰਥ ਸਾਹਿਬ। ਸੁਨ ਸ੍ਰੀ ਅਰਜਨ ਹਿਰਦੈ ਵਿਚਾਰੀ। ਜਦੋਂ ਖਾਲਸਾ ਜੀ ਹੁਣ ਸਿੱਖ ਨੇ ਮੰਗ ਮੰਗੀ ਹੈ, ਇੱਕ ਪਾਸੇ ਪਿਆਰ ਸਿੱਖ ਨਾਲ ਵੀ ਹੈ, ਇੱਕ ਪਾਸੇ ਬਾਣੀ ਵੀ ਹਰੇ ਨਵੀਂ ਰਚ ਹੋਈ ਹੈ। ਇੱਥੇ ਵੀ ਸੰਗਤਾਂ ਆਉਣਗੀਆਂ ਦਰਸ਼ਨ ਕਰਨ ਹਰਿਮੰਦਰ ਸਾਹਿਬ ਵਿੱਚ, ਜਿਉਂ ਸੁਣਦੀਆਂ ਨੇ। ਜੇ ਬੰਨੂ ਨੂੰ ਦਿੰਦੇ ਆ ਫਿਰ ਵੀ ਔਖਾ ਹੈ, ਨਹੀਂ ਦਿੰਦੇ ਫਿਰ ਵੀ ਮੁਸ਼ਕਲ ਹੈ। ਗੁਰੂ ਅਰਜਨ ਦੇਵ ਜੀ ਨੇ ਸੋਚਿਆ ਇਹ ਜਾਚਨ ਇਨ ਕੀਨਿਸ ਭਾਰੀ। ਬੜੀ ਭਾਰੀ ਇਹਨੇ ਜਾਚਨਾ ਮੰਗੀ ਹੈ, ਗੁਰਬਾਣੀ ਦੀ ਮੰਗ ਕੀਤੀ ਹੈ। ਕਿਮ ਹਮ ਦੇਖ ਸਕੇ ਇਕ ਹੋਵਾ। ਇੱਕੋ ਹੀ ਸਰੂਪ ਹੈ, ਅਸੀਂ ਕਿਵੇਂ ਦੇ ਸਕਦੇ ਹਾਂ? ਮਨ ਵਿੱਚ ਸੋਚਣ ਲੱਗ ਗਏ। ਨੈ ਦੇ ਸਿੱਖ ਮਾਨ ਕੋ ਖੋਆ। ਜੇ ਅਸੀਂ ਨਹੀਂ ਦਿੰਦੇ ਤਾਂ ਸਿੱਖ ਦਾ ਨਰਾਦਰ ਹੁੰਦਾ। ਖਾਲਸਾ ਜੀ ਅਸੀਂ ਤਾਂ ਗੁਰੂ ਦਾ ਵੀ ਆਦਰ ਕਰਨਾ ਨਹੀਂ ਜਾਣਦੇ, ਗੁਰੂ ਸਾਹਿਬ ਸਿੱਖ ਦਾ ਵੀ ਕਦੇ ਨਰਾਦਰ ਕਰਨਾ ਨਹੀਂ ਜਾਣਦੇ, ਸਦਾ ਹੀ ਆਦਰ ਕਰਦੇ ਹਨ। ਦੂਜੋ ਲਿਖਿਓ ਜਾਏ ਇਸ ਜੈਸੇ। ਮਹਾਰਾਜ ਗੁਰੂ ਅਰਜਨ ਦੇਵ ਜੀ ਸੋਚਦੇ ਜੇ ਇਹਦੇ ਨਾਲ ਹੋਰ ਨਕਲ ਹੋ ਜੇ, ਦੂਜਾ ਲਿਖਿਆ ਜਾਵੇ ਸਰੂਪ, ਤਾਂ ਸੋਖੈਨ ਦੇਵੋ ਇਹ ਲੈਸੇ। ਫੇਰ ਤਾਂ ਦੇਣਾ ਸੁਖਾਲਾ, ਦੂਜਾ ਉਤਾਰਾ ਹੋ ਜਾਵੇ। ਭਾਈ ਬੰਨੂ ਨੂੰ ਦੇ ਦਿਆਂਗੇ, ਇਹ ਲੈ ਲਵੇ, ਅਸੀਂ ਦੇ ਦਈਏ। ਤਬ ਤੋਂ ਤਿਆਰ ਏਕ ਹੀ ਹੈ। ਇਸ ਵੇਲੇ ਇੱਕੋ ਹੀ ਸਰੂਪ ਤਿਆਰ ਹੋਇਆ ਹੈ। ਕਿਸ ਪ੍ਰਕਾਰ ਇਹ ਸਿੱਖ ਸੋ ਕਹੇ। ਹੁਣ ਇਹ ਸਿੱਖ ਭਾਈ ਬੰਨੂ ਕਹਿੰਦਾ ਕਿ ਲੈ ਕੇ ਜਾਣਾ। ਇੱਕ ਤੋਂ ਸੰਗਤ ਕੋ ਮੁਹਰੇਲੀ। ਇੱਕ ਇਹ ਸੰਗਤ ਦਾ ਮੁਖੀ ਹੈ, ਪ੍ਰੇਮੀ ਆ, ਜਥੇਦਾਰ ਬਣ ਕੇ ਸਾਰੀ ਸੰਗਤ ਨੂੰ ਲਿਆਇਆ। ਆਏ ਸੰਗ ਬਹੁ ਹੋਏ ਸਕੇਲੀ। ਬੜੀ ਸੰਗਤ ਇਕੱਠੀ ਹੋ ਕੇ ਦੇ ਨਾਲ ਆਈ ਹੈ। ਦੂਜੇ ਪ੍ਰੇਮੀ ਐ ਮਹਾਨਾ। ਇੱਕ ਪ੍ਰੇਮੀ ਵੀ ਆ, ਸਾਡੇ ਚਰਨਾਂ ਦਾ ਭਾਵਨਾ ਵੀ ਸਤਿਗੁਰੂ ਜੀ ਦੇਖਦੇ ਨੇ, ਹਰ ਇੱਕ ਸਿੱਖ ਦੀ ਭਾਵਨਾ ਜਾਣਦੇ ਨੇ। ਨਹੀਂ ਦੇ ਤਾਂ ਹੱਥ ਹੋਏ ਮਾਨਾ। ਜੇ ਨਹੀਂ ਦਿੰਦੇ ਤਾਂ ਸਿੱਖ ਦਾ ਮਾਣ ਨਹੀਂ ਰਹਿਣਾ। ਗੁਰੂ ਘਰ ਤਾਂ ਸਾਰੇ ਸਿੱਖਾਂ ਦਾ ਮਾਣ ਸਤਿਕਾਰ ਕਰਦਾ ਹੈ। ਕਿਤਕ ਕਾਲ ਤੂੰ ਸੁਨ ਭਗਵੰਤੇ। ਐ ਸੋਚ ਕੇ ਸਤਿਗੁਰੂ ਜੀ ਭਗਵੰਤ ਗੁਰੂ ਅਰਜਨ ਦੇਵ ਜੀ ਕਿਤਨਾ ਸਮਾਂ ਚੁੱਪ ਬੈਠੇ ਰਹੇ। ਸੋਚਦੇ ਆ ਵੀ ਨਹੀਂ ਦਿੰਦੇ ਤਾਂ ਸਿੱਖ ਦਾ ਨਰਾਦਰ ਹੋ ਜਾਣਾ, ਜੇ ਦਿੰਦੇ ਆ ਤਾਂ ਦੂਸਰਾ ਉਤਾਰਾ ਨਹੀਂ ਹੋਇਆ, ਇੱਕੋ ਹੀ ਸਰੂਪ ਹੈ। ਦੇਖ ਕੇ ਨਹੀਂ ਹਿਰਦੇ ਚਿਤਵੰਤੇ। ਚਿਤਵਦੇ ਨੇ ਦੇਈਏ ਕਿ ਨਾ ਦੇਈਏ। ਪੁਨ ਬੋਲੇ ਸ੍ਰੀ ਗੁਰੂ ਗਸਾਈ। ਸੋਚ ਕੇ ਪਰਮੇਸ਼ਰ ਰੂਪ ਸਤਿਗੁਰੂ ਅਰਜਨ ਦੇਵ ਜੀ ਬੋਲੇ, ਵਿਖਮ ਬਾਤ ਇਹ ਬੰਨੋ ਭਾਈ। ਭਾਈ ਬੰਨੂ ਇਹ ਤੂੰ ਕਠਨ ਮੰਗ ਲਈ ਬੜੀ ਭਾਰੀ। ਬੇਨਤੀ ਕਰਤ ਰਹਿਓ ਹੋਏ ਠਾਂਡੋ। ਤੂੰ ਹਰ ਵੇਲੇ ਖੜਾ ਹੋ ਕੇ ਬੇਨਤੀ ਕਰਦਾ। ਲੈਬੇ ਗ੍ਰੰਥ ਪ੍ਰੇਮ ਉਰ ਬਾਡੋ। ਤੇਰੇ ਹਿਰਦੇ 'ਚ ਪ੍ਰੇਮ ਵੱਧ ਰਿਹਾ ਕਿ ਗ੍ਰੰਥ ਸਾਹਿਬ ਮੈਂ ਲੈ ਲਵਾਂ। ਅਹੇ ਏਕ ਕਿਮ ਦੇਉ ਨ ਜਾਈ। ਹੁਣ ਇੱਕੋ ਹੀ ਸਰੂਪ ਹੈ, ਤੇਰੇ ਸਾਡੇ ਕੋਲੋਂ ਦਿੱਤਾ ਨਹੀਂ ਜਾਂਦਾ। ਤਬ ਤੇਰੋ ਮਾਨਸੋ ਕਟ ਜਾਈ। ਜੇ ਨਹੀਂ ਦਿੰਦੇ ਤਾਂ ਤੇਰਾ ਨਰਾਦਰ ਹੋਵੇਗਾ, ਕੀ ਕਰੀਏ? ਅਣਬਣ ਬਣੀ ਕਹੇ ਕਿਆ ਤੋਹੀ। ਕੀ ਹੁਣ ਤੈਨੂੰ ਕਹੀਏ, ਇਹ ਅਜੋਗ ਗੱਲ ਬਣ ਗਈ। ਅਬ ਸੁਣ ਲਿਓ ਨੀਕ ਜਿਮ ਹੋਈ। ਪਰ ਹੁਣ ਚੰਗੀ ਤਰ੍ਹਾਂ ਜੁਗਤੀ ਦੇ ਨਾਲ ਤੈਨੂੰ ਦੱਸਦੇ ਆ, ਜਿਵੇਂ ਚੰਗੀ ਗੱਲ ਬਣਿਆ ਆਵੇ। ਹੁਣ ਸੁਣ ਲੈ, ਆਪਣੀ ਪੁਰੀ ਰਾਖ ਇੱਕ ਰਾਤੀ। ਲੈ ਹੁਣ ਤੇਰਾ ਅਸੀਂ ਸਤਿਕਾਰ ਰੱਖਦੇ ਆ, ਲੈ ਜਾ ਸਰੂਪ। ਤੈਨੂੰ ਜਵਾਬ ਨਹੀਂ ਦਿੰਦੇ, ਸਿੱਖਾਂ ਵਾਸਤੇ ਤਾਂ ਰਚਿਆ, ਹੋਰ ਅਸੀਂ ਕੀ ਕਾਹਦੇ ਵਾਸਤੇ ਰਚਨਾ ਸੀ। ਤੂੰ ਸਰੂਪ ਲੈ ਜਾ, ਪਰ ਆਪ ਦੇ ਨਗਰ 'ਚ ਇੱਕ ਰਾਤ ਤੋਂ ਵੱਧ ਨਾ ਰੱਖੀ, ਵਾਪਸ ਲੈ ਆਈ। ਅਬ ਲੈ ਜਾਓ ਲਿਆਏ ਪੁਨ ਤੈਸੇ। ਜਿਵੇਂ ਲੈ ਕੇ ਜਾਵੇਂਗਾ ਸਤਿਕਾਰ ਨਾਲ, ਉਸੇ ਤਰ੍ਹਾਂ ਲੈ ਆਈ। ਇੱਕ ਰਾਤ ਰੱਖੀ, ਸੰਗਤਾਂ ਇੱਕ ਦਿਨ ਦਰਸ਼ਨ ਕਰ ਲੈਣਗੀਆਂ ਸਾਰੀਆਂ, ਅਗਲੇ ਦਿਨ ਵਾਪਸ ਲੈ ਆਈ। ਅਦਬ ਸਾਥ ਰਾਖੋ ਚੁੱਕ ਸਾਈ। ਇਹਨੂੰ ਸਾਵਧਾਨ ਹੋ ਕੇ ਅਦਬ ਦੇ ਨਾਲ ਰੱਖਣਾ ਹੈ। ਗੁਰਬਾਣੀ ਜਿਨ ਭੈ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ।
ਗੁਰਬਾਣੀ ਸਾਡਾ ਸਰੂਪ ਹੈ। ਸੰਗਤ ਅਲਬਾਲੇ ਸਮੁਦਾਈ ਸੰਗ ਤਿਰਦ ਗਿਰਦ ਹੋ ਗਈ ਸਾਰੀ। ਇਮ ਕਹਿ ਦਿਉ ਗ੍ਰੰਥ ਲੈ ਚਾਲਾ ਇਉਂ ਕਹਿ ਕੇ ਸਤ ਸੰਗਤ ਜੀ ਉਹਦੇ ਨਾਲ ਵਾਅਦਾ ਕਰਕੇ ਬੰਨੂ ਨੂੰ ਮਹਾਰਾਜ ਦਾ ਸਰੂਪ ਦੇ ਦਿੱਤਾ ਖਾਲਸਾ ਜੀ ਗ੍ਰੰਥ ਸਾਹਿਬ। ਸੰਗਤ ਜਿਸ ਕੇ ਸੰਗ ਬਸਾਲਾ ਜਿਸ ਦੇ ਨਾਲ ਸੰਗਤਾਂ ਬਹੁਤ ਸੀ, ਸ਼ੰਖ ਵਜਾਉਂਦੀਆਂ, ਚੌਰ ਕਰਦੀਆਂ, ਮੰਜੀ ਸਾਹਿਬ ਚੱਕ ਲਿਆ ਭਾਈ ਬੰਨੂ ਨੇ। ਨਿਕਸ ਗੁਰੂ ਪੁਰ ਹਿਰਦੇ ਵਿਚਾਰਾ ਹਿਰਦੇ ਚ ਸਤ ਸੰਜੀ ਵਿਚਾਰ ਕੀਤੀ। ਭਾਈ ਬੰਨੂ ਵੱਡਾ ਸਿਆਣਾ ਸੀ। ਜਦੋਂ ਅੰਮ੍ਰਿਤਸਰ ਸਾਹਿਬ ਤੋਂ ਨਿਕਲਿਆ ਆਇਆ ਹਰਿਮੰਦਰ ਸਾਹਿਬ ਤਾਂ ਸਤ ਸੰਗਤ ਜੀ ਇਕੱਲੇ ਗੁਰੂ ਅਰਜਨ ਦੇਵ ਜੀ ਸੰਗਤਾਂ ਸਮੇਤ ਰਹਿ ਗਏ। ਗੁਰੂ ਗ੍ਰੰਥ ਸਾਹਿਬ ਜੀ ਭਾਈ ਬੰਨੂ ਲੈ ਗਿਆ। ਕਿਵੇਂ ਲਿਖਿਓ ਜਾਏ ਅਬਸਾਰਾ। ਸ਼ਹਿਰੋਂ ਬਾਹਰ ਨਿਕਲਦੇ ਹੀ ਸੋਚਣ ਲੱਗ ਗਿਆ ਵੀ ਉਤਾਰਾ ਕਿਵੇਂ ਕਰੀਏ, ਇਹ ਬਾਣੀ ਫੇਰ ਲੱਭਣੀ ਨਹੀਂ। ਏਕ ਨਿਸਾ ਗੁਰ ਆਇਸ ਭਣੀ ਸਤਿਗੁਰਾਂ ਨੇ ਹੁਕਮ ਕੀਤਾ ਵੀ ਇੱਕ ਰਾਤ ਤੋਂ ਵੱਧ ਕੱਟਣਾ ਨਹੀਂ, ਤੂੰ ਆਪਣੇ ਪਿੰਡ ਵਿੱਚ ਅਗਲੇ ਦਿਨ ਵਾਪਸ ਲਿਆਈ। ਲਿਖਿਓ ਜਾਏ ਕਿਮ ਹੈ ਅਨਬਣੀ। ਕਿਵੇਂ ਲਿਖਿਆ ਜਾਊ ਇੱਕ ਰਾਤ ਵਿੱਚ, ਤਾਂ ਇੱਕ ਰਿਦਾਤ ਇੱਕ ਦਿਨ ਵਿੱਚ ਐਡਾ ਸਰੂਪ ਕਿਵੇਂ ਲਿਖ ਸਕਦੇ ਹਾਂ। ਤਬ ਵਿਚਾਰ ਔਰ ਮੈਂ ਹੋਇਆ ਵਾ। ਇਹ ਅਣਬਣ ਦੀ ਬਾਤ ਹੈ। ਸੋਚਣ ਲੱਗ ਗਿਆ ਜਦ ਨੂੰ ਮਨ ਚ ਵਿਚਾਰ ਆ ਗਈ ਭਾਈ ਬੰਨੂ ਦੇ। ਡੇਰਾ ਕਰੇ ਕੋਸ ਇਕਠਾਵਾ। ਕਹਿੰਦੇ ਆਪਾਂ ਨੂੰ ਮਹਾਰਾਜ ਨੇ ਇਹੀ ਹੁਕਮ ਕੀਤਾ ਵੀ ਆਪਦੇ ਨਗਰ ਚ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਬਾਹਰ ਤਾਂ ਨਹੀਂ ਸੀ ਕਿਹਾ, ਆਪਾਂ ਬਾਹਲਾ ਸਫਰੀ ਨਹੀਂ ਕਰਦੇ। ਇੱਕ ਕੋਹ ਤੇ ਸਤ ਸੰਜੀ ਰਾਤ ਕੱਟ ਲਿਆ ਕਰੇ ਭਾਈ ਬੰਨੂ। ਜਿੰਨੀਆਂ ਸਤ ਸੰਗਤ ਜੀ ਕੋਹਾਂ ਸੀਗੀਆਂ ਉਹਦਾ ਪਿੰਡ, ਓਨੀਆਂ ਰਾਤਾਂ ਰਾਜ ਕੱਟੀਆਂ ਲਈ ਜਾਂਦੇ ਨੇ। ਰਾਹ ਵਿੱਚ ਲਿਖਾਉਣਾ ਸ਼ੁਰੂ ਕਰ ਦਿੱਤਾ। ਤਬੇ ਲਿਖਾਰੀ ਦੀਏ ਲਗਾਏ। ਬਹੁਤ ਸਾਰੇ ਸਿੱਖ ਲਿਖਾਰੀ ਸੀ ਲਾ ਦਿੱਤੇ ਲਿਖਣ। ਲਿਖੋ ਸ਼ਤਾਬਦੀ ਅਰ ਸਮੁਦਾਏ। ਸਾਰਿਆਂ ਨੂੰ ਕਹਿਤਾ ਛੇਤੀ ਛੇਤੀ ਲਿਖੋ। ਆਪਨ ਪੁਰੀ ਲਗ ਇੱਕ ਕੋਸ। ਸਤ ਸੰਗਤ ਜੀ ਆਪਣੇ ਪਿੰਡ ਤੱਕ ਇੱਕ ਇੱਕ ਕੋਹ ਦੇ ਉੱਤੇ ਰਾਤ ਕੱਟਦਾ ਰਿਹਾ। ਇੱਕ ਕੋਹ ਸਫ਼ਰ ਕਰਨਾ, ਜਦੇ ਹੀ ਟਿਕ ਜਾਣਾ ਉੱਥੇ ਹੀ ਤੰਬੂ ਲਾ ਕੇ ਲਿਖਾਈ ਸ਼ੁਰੂ ਕਰ ਦੇਣੀ। ਰਾਤ ਉੱਥੇ ਕੱਟਣੀ, ਅਗਲੇ ਦਿਨ ਫਿਰ ਇੱਕ ਤੜਕੇ ਇੱਕ ਕੋਹ ਲੰਘ ਜਾਣਾ, ਫਿਰ ਸਾਰਾ ਦਿਨ ਲਿਖਾਈ ਕਰਦੇ ਰਹਿਣਾ। ਐ ਲਿਖਦਾ ਰਿਹਾ। ਡੇਰਾ ਕਰਤ ਲਿਖਿਓ ਆਤੋਸ। ਜਿਉਂ ਤੰਬੂ ਲਾ ਕੇ ਡੇਰੇ ਕਰਦਾ ਸਤ ਸ੍ਰੀ ਜਿਉਂ ਪਹੁੰਚਿਆ ਨਾ ਪਿੰਡ, ਅੱਧਾ ਲਿਖਿਆ ਗਿਆ ਸਰੂਪ। ਇੱਕ ਨਿਸਬਸ ਕਰ ਨਿਜ ਕਰਮਾ ਹੂੰ। ਹੁਕਮ ਗੁਰੂ ਕੇ ਸਿੱਖ ਨੇ ਉਵੇਂ ਨੇ ਮੰਨਿਆ ਖਾਲਸਾ ਜੀ। ਇਸੇ ਕਰਕੇ ਗੁਰਸਿੱਖੋ, ਗੁਰੂ ਵੀ ਜਿਹੜਾ ਸਿਆਣਾ ਉਹਦੇ ਸਿੱਖ ਵੀ ਬਹੁਤ ਸਿਆਣੇ ਨੇ। ਸੋ ਗੁਰੂ ਕਾ ਹੁਕਮ ਵੀ ਮੰਨਿਆ। ਇੱਕ ਰਾਤ ਰਿਹਾ ਆਪਣੇ ਪਿੰਡ। ਹੈ ਕੋਸ ਇੱਕ ਡੇਰਾ ਰਾਹੂ। ਵਾਪਸ ਮੁੜ ਪਿਆ ਸਤ ਸੰਗਤ ਜੀ। ਇੱਕ ਕੋਹ ਤੇ ਫੇਰ ਮੁੜ ਕੇ ਪਣਾ ਕੀਤਾ। ਇਸੀ ਪ੍ਰਕਾਰ ਸੁਧਾਸਰ ਆਏ। ਇੱਕ ਕੋਹ ਪਣਾ ਕਰਦਾ, ਅੱਧਾ ਆਉਂਦੇ ਨੇ ਲਿਖਾ ਲਿਆ, ਅੱਧਾ ਜਾਂਦੇ ਨੇ ਲਿਖਾ ਲਿਆ। ਦੋ ਸਰੂਪ ਤਿਆਰ ਕਰ ਲਏ ਖਾਲਸਾ ਜੀ। ਐਸੇ ਗੁਰੂ ਕੇ ਸਿੱਖ ਸਿਆਣੇ। ਇਹ ਅਸਲੀ ਸਰੂਪ ਵੀ ਲਿਆਂਦਾ ਜਿਹਦੇ ਕਰਤਾਰਪੁਰ ਇਸ ਵੇਲੇ ਦਰਸ਼ਨ ਹੋ ਰਹੇ ਨੇ। ਇਹ ਬੰਨੂ ਨੇ ਵੀ ਸਤ ਸੰਗਤ ਜੀ ਸਰੂਪ ਤਿਆਰ ਕਰ ਲਿਆ। ਉਹ ਇਹਦੇ ਪਿੰਡ ਰਹੀ ਆ ਸਤ ਸੰਗਤ ਜੀ ਉਹ ਬੀੜ ਹੁਣ ਤੱਕ। ਹੁਣ ਪਤਾ ਨਹੀਂ ਭਾਈ ਬੰਨੂ ਦੀ ਬੰਸ ਜਦੋਂ ਉਧਰੋਂ ਆਈ ਆ, ਉਹਨਾਂ ਦੇ ਕੋਲੇ ਸ਼ਾਇਦ ਆਪਣੇ ਹੋਵੇ ਪੰਜਾਬ ਚ ਕਿਤੇ, ਬਹੁਤ ਸਾਰੇ ਸਰੂਪਾਂ ਦੀ ਬੇਅਦਬੀ ਹੋਈ ਪੁਰਾਣਿਆਂ ਦੀ। ਖਾਲਸਾ ਜੀ ਉਧਰ ਰਹਿ ਗਏ ਨੇ ਪਾਕਿਸਤਾਨ ਦੇ ਸਮੇਂ। ਸੋ ਇਹ ਸਤ ਸੰਗਤ ਜੀ ਇਸ ਨੇ ਜਦ ਦੇਖਿਆ ਅੰਮ੍ਰਿਤਸਰ ਚ ਪ੍ਰਵੇਸ਼ ਹੋਇਆ ਤਾਂ ਦੋ ਮੰਜੀ ਸਾਹਿਬਾਂ ਦੇ ਦੋ ਸਰੂਪ ਆਉਣ। ਆਵਤ ਜਾਤੇ ਸਰਬ ਲਿਖਾਏ। ਆਉਂਦੇ ਜਾਂਦੇ ਨੇ ਸਰੂਪ ਦਾ ਉਤਾਰਾ ਕਰ ਲਿਆ। ਏਤਕ ਸ਼ਬਦ ਲਿਖੇ ਅਧਕਾਈ। ਲੇਕਿਨ ਕਿਤਨੇ ਸ਼ਬਦ ਜ਼ਿਆਦੇ ਲਿਖ ਦਿੱਤੇ, ਬਹੁਤ ਸਾਰੇ ਹੋਰ ਵੀ ਇਹਨੂੰ ਮਿਲ ਗਏ। ਆਏ ਪੁੰਨ ਸ੍ਰੀ ਗੁਰ ਅਗਵਾਈ। ਗੁਰੂ ਸਾਹਿਬ ਦੇ ਚਰਨਾਂ ਚ ਆ ਗਿਆ ਹਰਿਮੰਦਰ ਸਾਹਿਬ। ਜੁਗਲ ਗ੍ਰੰਥ ਸਾਹਿਬ ਧਰ ਦੀਨੇ। ਦੋ ਸਰੂਪ ਮੰਜੀ ਸਾਹਿਬ ਤਿਆਰ ਕਰਕੇ ਪੂਰੇ ਮਹਾਰਾਜ ਦੇ ਰੱਖ ਦਿੱਤੇ। ਅਦਕ ਜੋ ਹੁਤੇ ਸਨਾਮਨ ਕੀਨੇ। ਨਾਲੇ ਸੁਣਾ ਦਿੱਤੀ ਬਾਣੀ ਮਹਾਰਾਜ। ਆ ਮੈਂ ਉਤਾਰਾ ਕਰਕੇ ਲਿਆਇਆ। ਸਤਿਗੁਰਾਂ ਨੇ ਪੁੱਛਿਆ ਤਾਂ ਇੰਨਾ ਦੇਰ ਲਾਈ। ਕਹਿੰਦੇ ਮਹਾਰਾਜ ਤੁਹਾਡਾ ਹੁਕਮ ਸੀ ਬਈ ਪਿੰਡ ਇੱਕ ਰਾਤ ਤੋਂ ਵੱਧ ਨਾ ਨਹੀਂ। ਮੈਂ ਇੱਕ ਰਾਤ ਤੋਂ ਵੱਧ ਤਾਂ ਰਿਹਾ ਹੀ ਨਹੀਂ। ਰਸਤੇ ਤਾਂ ਨਹੀਂ ਸੀ ਤੁਸੀਂ ਕਿਹਾ ਵੀ ਛੇਤੀ ਛੇਤੀ ਜਾਈ। ਸਤਿਗੁਰੂ ਜੀ ਚੁੱਪ ਕਰ ਗਏ। ਕਹਿੰਦੇ ਸੱਚ ਤੂੰ ਭਾਈ ਸਾਡਾ ਪਿਆਰਾ ਸਿੱਖ ਹੈ, ਬੜਾ ਸਾਡਾ ਹੁਕਮ ਸੱਤ ਕਰਕੇ ਮੰਨਿਆ ਹੈ। ਸਤਿਗੁਰੂ ਜੀ ਨੂੰ ਸਤ ਸੰਗਤ ਨੇ ਆਪਣੇ ਫਿਰ ਜਿਹੜਾ ਸਰੂਪ ਤਿਆਰ ਕੀਤਾ ਸੀ ਉਹ ਵੀ ਬਾਣੀ ਸੁਣਾਈ। ਵੇਖ ਯਾਰ ਸੁਣ ਸ੍ਰੀ ਮੁਖ ਫਰਮਾਇਓ। ਦੇਖ ਕੇ ਸਰੂਪ ਦੂਜਾ ਜਿਹੜਾ ਉਤਾਰਾ ਕੀਤਾ ਸੀ ਭਾਊ ਬੰਨੂ ਦੀ ਬੀੜ ਵੱਜਦੀ ਆ ਖਾਲਸਾ ਜੀ। ਉਹ ਦੇਖ ਕੇ ਮਹਾਰਾਜ ਖੁਸ਼ ਹੋਏ। ਲਿਖ ਕਰ ਅਦਕ ਜਿਤੋ ਤੁਮ ਪਾਇਓ। ਮਹਾਰਾਜ ਕਹਿੰਦੇ ਅੱਛਾ ਭਾਈ
ਜਿੰਨਾ ਤੂੰ ਲਿਖਿਆ ਹੋਇਆ ਉਹ ਠੀਕ ਹੈ। ਤਿਸੀ ਬੀੜ ਮੈਂ ਰਖੋ ਲਖਾਵੋ। ਇਹ ਇਸੇ ਬੀੜ ਨੂੰ ਅੱਡ ਹੀ ਰਹਿਣ ਦਿਓ, ਇਸੇ ਤਰ੍ਹਾਂ ਸਿੱਖ ਪੜਿਆ ਕਰਨਗੇ। ਨਹੀਂ ਇਸ ਗ੍ਰੰਥ ਵਿਖੇ ਸੋ ਪਾਵੋ। ਜਿਹੜੀ ਤੂੰ ਵਾਧੂ ਬਾਣੀ ਲਿਖ ਲਈ ਨਾ ਇਹਦੇ ਵਿੱਚ, ਆ ਗੁਰੂ ਗ੍ਰੰਥ ਸਾਹਿਬ ਚ ਨਾ ਪਾਈ, ਇਹਦੇ ਚ ਹੀ ਰਹਿਣ ਦੀ। ਤੇ ਇਹ ਸਿੱਖ ਉਸੇ ਦੇ ਪੜ੍ਹ ਲਿਆ ਕਰਨਗੇ। ਮੀਰਾ ਬਾਈ ਦਾ ਸ਼ਬਦ ਆ ਉਹਦੇ ਵਿੱਚ ਇਸ ਤਰ੍ਹਾਂ ਸਤਿ ਸ੍ਰੀ ਰਾਮਕਲੀ ਰਾਗ ਵਿੱਚ ਪਾਠੀ ਸਿੰਘਾਂ ਨੂੰ ਪਤਾ ਹੈ, ਰਨ ਝੁੰਝਰੜਾ ਗਾਓ ਸਖੀ ਹਰ ਏਕ ਧਿਆਵੋ, ਸਤਿਗੁਰ ਤੁਮ ਸੇਖ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ। ਇਹ ਦੋ ਪੰਕਤੀਆਂ ਹੀ ਲਿਖੀਆਂ ਹੋਈਆਂ, ਸ਼ਬਦ ਸਾਰਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ ਚ। ਇਹ ਬੰਨੂ ਦੀ ਬੀੜ ਚ ਸਾਰਾ ਸ਼ਬਦ ਹੈ। ਤੇ ਮਹਾਰਾਜ ਕਹਿੰਦੇ ਭਾਈ ਉਹ ਉਸੇ ਤਰ੍ਹਾਂ ਰਹੇ, ਇਹ ਸਰੂਪ ਇਸੇ ਤਰ੍ਹਾਂ ਰੱਖਣਾ ਹੈ। ਜਾਂ ਤੇ ਭਈ ਬੀੜ ਦਵੈ ਗ੍ਰੰਥ। ਇਹ ਦੋ ਗ੍ਰੰਥ ਸਾਹਿਬ ਬਣ ਗਏ, ਇੱਕ ਬੰਨੂ ਦੀ ਬੀੜ, ਇੱਕ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ। ਲਿਖਤ ਪੜਤ ਸ੍ਰੀ ਸਤਿਗੁਰ ਪੰਥ। ਗੁਰੂ ਕਾ ਸਿੱਖ ਪੰਥ ਭਾਈ ਲਿਖਦਾ ਵੀ ਰਿਹਾ, ਪੜਦਾ ਵੀ ਰਿਹਾ। ਸੁਣਤ ਪੜਤ ਜਨ ਹਿਰਦੇ ਬਸਾਈ। ਸੁਣ ਕੇ ਪੜ ਕੇ ਬਾਣੀ ਜਿਨ੍ਹਾਂ ਨੇ ਹਿਰਦੇ ਚ ਵਸਾਈ ਹੈ। ਤਿੰਨ ਪਰ ਕਵ ਪੁਨ ਪੁਨ ਬਲ ਜਾਈ। ਮਹਾਰਾਜ ਕਹਿੰਦੇ ਭਾਈ ਅਸੀਂ ਤਾਂ ਗੁਰਸਿੱਖੋ ਭਾਈ ਸਾਹਿਬ ਕਹਿੰਦੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਆ ਜਿਨ੍ਹਾਂ ਨੇ ਬਾਣੀ ਨੂੰ ਪੜਿਆ ਹੈ, ਲਿਖਿਆ ਹੈ, ਸੁਣਿਆ ਹੈ। ਦੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ। ਕਿਤਨੇ ਕਿਉਂ ਵੀ ਕਹਿੰਦੇ ਨੇ ਗ੍ਰੰਥ ਸਾਹਿਬ ਜੀ ਬਾਰੇ। ਜਿਲਤ ਵਧਾਵਣ ਕਾਜ। ਕਿ ਭਾਈ ਬੰਨੂ ਨੂੰ ਜਲਦ ਬਣਾਉਣ ਵਾਸਤੇ ਲਾਹੌਰ ਭੇਜਿਆ ਸੀ। ਭੇਜੋ ਲਾਹੌਰ ਨਗਰ ਕੋ। ਕਿ ਲਾਹੌਰ ਨੂੰ ਭੇਜਿਆ ਸੀ, ਉਦੋਂ ਲਾਹੌਰ ਹੀ ਜਲਦਾ ਬੰਨਦੇ ਸੀ, ਵੱਡਾ ਸ਼ਹਿਰ ਤਾਂ ਲਾਹੌਰ ਸੀ, ਅੰਮ੍ਰਿਤਸਰ ਤਾਂ ਨਵਾਂ ਹੀ ਬਸਿਆ ਸੀ ਉਸ ਵੇਲੇ। ਗੁਰੂ ਗਰੀਬ ਨਵਾਜ। ਗੁਰੂ ਅਰਜਨ ਦੇਵ ਜੀ ਨੇ ਜਲਦ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਭੇਜਿਆ ਸੀ ਬੰਨੂ ਨੂੰ। ਤੈਂ ਆਵਤ ਜਾਤੇ ਲਿਖਿਓ। ਕਿ ਉੱਥੇ ਆਉਂਦਿਆਂ ਜਾਂਦਿਆਂ ਲਿਖ ਲਿਆ ਇਹਨੇ। ਕਈਆਂ ਨੇ ਐ ਵੀ ਕਿਹਾ ਇਤਿਹਾਸ ਵਿੱਚ ਬੰਨੂ ਗ੍ਰੰਥ ਦੁਤੀਆ। ਕਿ ਦੂਜਾ ਤਿਆਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਜਿਹੜਾ ਬੰਨੂ ਨੇ ਤਿਆਰ ਕੀਤਾ। ਮਹਿਮਾ ਸ੍ਰੀ ਸਤਿਗੁਰੂ ਕੀ। ਮਹਿਮਾ ਭਾਈ ਗੁਰੂ ਬਾਣੀ ਦੀ ਹੈ, ਗੁਰੂ ਕੀ ਹੈ। ਸਭ ਵਿਦ ਉਤਮ ਥੀਏ। ਜਿਵੇਂ ਕੋਈ ਕਹਿ ਲੋ ਭਾਈ ਉੱਤਮ ਹੀ ਉੱਤਮ ਹੈ, ਬਾਣੀ ਰਸ ਮਾਣੋ ਪ੍ਰੇਮੀਓ। ਸਵਈਆ ਸੰਮਤ 1661 1607 ਸੰਗਤ ਜੀ 61 ਸੀ। ਭਾਦਵ ਕੀ ਸੁਧ ਏਕਮ ਜਾਨੋ। 1661 ਬਿਕਰਮੀ ਭਾਦੋਂ ਦੇ ਚਾਨਣ ਪੱਖ ਦੀ ਏਕਮ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ। ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਸਾਹਿਬ ਜੀ ਸਤ ਜੀ ਸਮਾਪਤ ਕੀਤੇ, ਪੂਰੇ ਕੀਤੇ। ਮਹਾ ਉਤਸ਼ਾਹ ਗੁਰੂ ਘਰ ਠਾਨੋ। ਪ੍ਰਕਾਸ਼ ਕਰਕੇ ਗੁਰੂ ਘਰ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਹੁਣ ਵੀ ਆਪਾਂ ਜਿੱਦਣ ਕਹਿੰਦੇ ਆ ਪਹਿਲਾ ਪ੍ਰਕਾਸ਼ ਦਿਵਸ ਗੁਰੂ ਗ੍ਰੰਥ ਸਾਹਿਬ ਦਾ ਮਨਾਉਨੇ ਕਿ ਨਹੀਂ, ਆਪਾਂ ਉਸ ਦਿਨ ਸਤ ਸੰਗਤ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਹੈ। ਸੰਗਤ ਦੇਸ਼ ਵਿਦੇਸ਼ਨ ਕੀ। ਦੇਸਾਂ ਪ੍ਰਦੇਸਾਂ ਦੀ ਸੰਗਤ ਸੁਣ ਕੇ ਮਨ ਆਨੰਦ ਧੀਰ ਗਮਾਨੋ। ਬੜਾ ਭਾਰੀ ਸੁਣ ਕੇ ਮਨ ਚ ਆਨੰਦ ਧਾਰਦੀਆਂ। ਦੇਖਣ ਆਵਤ ਭਾਉ ਵਧਾਵਤ। ਪ੍ਰੇਮ ਵਧਾਉਂਦੀਆਂ ਸੰਗਤਾਂ ਅਚਰਜਤਾਈ ਦੇ ਕਰਕੇ ਦੇਖਣ ਆਉਂਦੀਆਂ ਵੀ ਕਿਹਾ ਜਿਹਾ ਗ੍ਰੰਥ ਬਣਾਇਆ ਹੈ। ਸਭ ਆਉਂਦੇ ਨੇ। ਕੋ ਲਿਖਵਾਵਨ ਕੋ ਹਿਤਵਾਨੋ। ਕਈ ਤਾਂ ਹਿਤ ਧਾਰ ਕੇ ਸਤ ਸੰਜੀ ਲਿਖਾਉਣਾ ਚਾਹੁੰਦੇ ਨੇ ਕਿ ਅਸੀਂ ਵੀ ਆਪਣੇ ਨਗਰਾਂ ਨੂੰ ਲਿਜਾਈਏ। ਉਹ ਭਾਈ ਬੰਨੂ ਦੀ ਬੀੜ ਤੋਂ ਉਤਾਰੇ ਕਰੀ ਜਾਂਦੇ ਨੇ। ਬੰਨੂ ਆਦਿਕ ਹੈ ਸਿੱਖ ਸੰਗਤ। ਭਾਈ ਬੰਨੂ ਆਦਿਕ ਹੋਰ ਸਿੱਖ ਸੰਗਤਾਂ। ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਸਤਿਗੁਰੂ ਜੀ ਬੈਠ ਕੇ ਦੀਵਾਨ ਲਾਉਂਦੇ। ਸ੍ਰੀ ਹਰਗੋਬਿੰਦ ਪਾਸ ਬਰਾਜਤ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕੋਲੇ ਬੈਠ ਜਾਂਦੇ ਹਨ। ਚੰਨ ਮਨੋ ਪਰਵਾਰ ਸਹਾਇਓ। ਜਿਵੇਂ ਖਾਲਸਾ ਜੀ ਚੰਦਰਮਾ ਦੇ ਇਰਦ ਗਿਰਦ ਜਦੋਂ ਮੀਂਹ ਪੈਣਾ ਹੁੰਦਾ, ਸਿਆਣੇ ਬਜ਼ੁਰਗ ਜਿਹੜਾ ਪਰਿਵਾਰ ਹੋ ਜਾਂਦਾ, ਚੱਕਰ ਜੇ ਆ ਜਾਂਦੇ ਆ, ਗੋਲ ਗੋਲ ਚੱਕਰ ਹੁੰਦੇ ਆ। ਸੱਚ ਨਹੀਂ, ਸੂਰਜ ਦੇ ਇਰਦ ਗਿਰਦ ਵੀ, ਚੰਦਰਮਾ ਦੇ ਵੀ। ਕਹਿੰਦੇ ਵੀ ਹੁਣ ਮੀਂਹ ਪਊ, ਚੰਦਰਮਾ ਨੂੰ ਪਰਿਵਾਰ ਹੈ ਜਾਂ ਸੂਰਜ ਨੂੰ ਪਰਿਵਾਰ ਹੈ। ਐ ਮਾਨੋ ਸਿੱਖ ਸੰਗਤਾਂ ਇਰਦ ਗਿਰਦ ਬੈਠੀਆਂ। ਸੀਖ ਲੱਗੇ ਸਭ ਕੋ ਤਬ ਦੇਵਨ। ਸਾਰੀਆਂ ਸਿੱਖ ਸੰਗਤਾਂ ਨੂੰ ਸਿੱਖਿਆ ਦੇਣ ਲੱਗੇ ਗੁਰੂ ਅਰਜਨ ਦੇਵ ਜੀ। ਸ਼੍ਰੇ ਭਰਿਓ ਬਚ ਸੋ ਫਰਮਾਇਓ। ਕਲਿਆਣ ਦੇ ਸਤ ਸੰਗਤ ਜੀ ਭਰੇ ਹੋਏ ਬਚਨ ਸੁਣਾ ਰਹੇ ਨੇ। ਗ੍ਰੰਥ ਜਹਾਜ਼ ਸੋ ਭੌਜਲ ਕੋ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਗ੍ਰੰਥ ਸਾਹਿਬ ਹੈ, ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਜਹਾਜ਼ ਤਿਆਰ ਕੀਤਾ ਸੀ। ਤਰ ਜਾਤ ਸਖੈਨ ਜਿਨੀ ਚਿਤ ਲਾਇਓ। ਜੋ ਵੀ ਚਿੱਤ ਲਾਗੇਵੇਗਾ ਇਹਨਾਂ ਸ਼ਬਦਾਂ ਦੇ ਵਿੱਚ, ਬਾਣੀ ਵਿੱਚ ਜੋੜੇਗਾ ਬਿਰਤੀ,
ਉਹ ਤਰ ਜਾਵੇਗਾ। ਸ੍ਰੀ ਗੁਰ ਕੇਰ ਸਰੀਰ ਜੋ। ਇਹ ਜਿਹੜਾ ਗੁਰੂ ਨਾਨਕ ਦੇਵ ਜੀ ਤੱਕ 10ਵੇਂ ਪਾਤਸ਼ਾਹ ਤੱਕ ਜਿਹੜੇ ਸਰੀਰ ਹਨ ਗੁਰੂ ਮਹਾਰਾਜ ਦੇ, ਸਭ ਥਾਨ ਸਮੇਂ ਸਭ ਨਾ ਦਰਸੇ ਹੈ। ਸਾਰਿਆਂ ਥਾਵਾਂ ਤੇ ਸਾਰਿਆਂ ਸਮਾਂ 'ਚ ਆਪਾਂ ਦਰਸ਼ਨ ਨਹੀਂ ਕਰ ਸਕਦੇ। ਜਿੱਥੇ ਸਤ ਸੰਗਤ ਜੀ ਹਰਿਮੰਦਰ ਸਾਹਿਬ ਜੇ ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਤਾਂ ਉੱਥੇ ਸੰਗਤਾਂ ਦਰਸ਼ਨ ਕਰਦੀਆਂ, ਲਾਹੌਰ ਦੀਆਂ ਸੰਗਤਾਂ ਉਡੀਕਦੀਆਂ ਰਹਿੰਦੀਆਂ, ਫਿਰ ਲਾਹੌਰ ਜਾਂਦੇ ਤਾਂ ਅੰਮ੍ਰਿਤਸਰ ਦੀਆਂ ਸੰਗਤਾਂ ਉਡੀਕਦੀਆਂ ਰਹਿੰਦੀਆਂ। ਨਾਲੇ ਸਰੀਰ ਕਰਕੇ ਸਦਾ ਰਹਿ ਨਹੀਂ ਸਕੀਦਾ। ਉਦੋਂ ਵਾਲੇ ਸਿੱਖਾਂ ਨੇ ਸਤ ਸੰਗਤ ਜੀ ਦੇਹ ਦੇ ਦਰਸ਼ਨ ਕਰ ਲਏ, ਆਪਾਂ ਨੂੰ ਸਤ ਸੰਗਤ ਜੀ ਸ਼ਬਦ ਦੇ ਦਰਸ਼ਨ ਹੋ ਰਹੇ ਨੇ। ਇਹ ਗੁਰੂ ਅਰਜਨ ਦੇਵ ਜੀ ਦੱਸ ਰਹੇ ਨੇ, ਭਾਈ ਜਿਹੜਾ ਸਾਡਾ ਅਸਲੀ ਸਰੀਰ ਹੈ ਨਾ ਪੰਜ ਭੂਤਕ ਦੇਹ, ਇਹ ਸਾਰਿਆਂ ਸਮਿਆਂ 'ਚ ਨਹੀਂ ਰਹਿ ਸਕਦਾ, ਨਾ ਹੀ ਇਹ ਸਾਰਿਆਂ ਥਾਵਾਂ ਤੇ ਇੱਕ ਥਾਂ ਦਰਸ਼ਨ ਦੇ ਸਕਦਾ ਹੈ। ਜੇ ਅਸੀਂ ਇੱਕ ਥਾਂ ਦਰਸ਼ਨ ਕੇ ਦੇਣ ਜਾਂਦੇ ਹਾਂ ਤਾਂ ਅੰਮ੍ਰਿਤਸਰ ਤੋਂ ਅਸੀਂ ਚਲੇ ਜਾਂਦੇ ਹਾਂ, ਇੱਥੇ ਸੰਗਤਾਂ ਉਡੀਕਦੀਆਂ ਰਹਿੰਦੀਆਂ। ਇਹ ਘਾਟ ਹੈ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ। ਇਹ ਜਿਹੜਾ ਗ੍ਰੰਥ ਸਾਹਿਬ ਹੈ ਸਾਡਾ ਹਿਰਦਾ ਹੈ। ਉਤਮ ਹੈ ਸਭ ਕਾਲ ਰਹੇ ਹੈ। ਬੜਾ ਉਤਮ ਹੈ, ਸਾਰਿਆਂ ਸਮਿਆਂ 'ਚ ਹੀ ਰਹਿੰਦੀ, ਦੁਨੀਆ ਤੱਕ ਜੁਗੋ ਜੁਗ ਅਟਲ ਸਰੂਪ ਤਾਂ ਕਿਹਾ ਹੈ। ਮੇਰੇ ਸਰੂਪ ਤੇ ਯਾਤੇ ਹੈ ਦੀਰਘ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਗੁਰਸਿੱਖੋ ਭੁਲੇਖਾ ਨਾ ਰੱਖ ਲਿਓ, ਸਾਡੇ ਸਰੀਰ ਨਾਲੋਂ ਗੁਰੂ ਗ੍ਰੰਥ ਸਾਹਿਬ ਉੱਤਮ ਹੈ। ਸਾਹਿਬ ਜਾਨ ਅਦਾਇਬ ਕੇ ਹੈ। ਇਹਨਾਂ ਨੂੰ ਸਾਹਿਬ ਮਾਲਕ ਜਾਣ ਕੇ ਅਦਬ ਕਰਨਾ ਗੁਰੂ ਗ੍ਰੰਥ ਸਾਹਿਬ ਦਾ। ਪੂਜੋ ਚੰਦਨ ਕੇਸਰ ਕੋ ਕਸ। ਸਦਾ ਵਾਸਤੇ ਕੇਸਰ ਤੇ ਚੰਦਨ ਨੂੰ ਘਸਾ ਕੇ ਪੂਜਨ ਕਰੋ ਗ੍ਰੰਥ ਸਾਹਿਬ ਜੀ ਦਾ। ਧੂਪ ਤਖਾਏ ਕੈ ਫੂਲ ਚੜੇ ਹੈ। ਫੁੱਲ ਚੜਾਇਆ ਕਰੋ, ਧੂਪ ਤਖਾਇਆ ਕਰੋ। ਜੋ ਲਿਖ ਲੇਹ ਭਲੇ ਤਬ ਸੋਧੈ। ਜਿਹੜਾ ਲਿਖ ਲਿਆ ਕਰੇ ਉਹ ਚੰਗੀ ਤਰ੍ਹਾਂ ਬਾਣੀ ਨੂੰ ਸੋਧਿਆ ਵੀ ਕਰੇ। ਅੱਖਰ ਸੋ ਲੱਖ ਕੀ ਚਕਵਾਈ। ਸਾਵਧਾਨ ਰਹਿਣਾ ਹੈ, ਅੱਖਰ ਵੀ ਲਗ ਮਾਤਰ ਸਭ ਚੁਕਸਾਈ ਦੇ ਨਾਲ ਸੋਧਣੇ ਨੇ। ਪਾਠ ਸਮਸਤ ਕਰੇ ਬੁੱਧ ਸੋ ਪਿਖ। ਪਾਠ ਸਮਸਤ ਕਰੇ ਬੁੱਧ ਸੋ ਪਿਖ। ਹਾਂ ਭਾਈ, ਬੁੱਧੀ ਦੇ ਨਾਲ ਚੰਗੀ ਤਰ੍ਹਾਂ ਪਾਠ ਵੀ ਸੋਹਣਾ ਕਰੇ ਸੁਧ। ਪੂਰਬ ਕੇ ਸਮਲੇ ਬਣਾਈ। ਜਿਵੇਂ ਪਹਿਲਾਂ ਸਰੂਪ ਤਿਆਰ ਹੈ ਉਹ ਜੇ ਸਰੂਪ ਇੱਕ ਅੱਖਰ ਲੱਗਦਾ ਵੀ ਫਰਕ ਨਾ ਪਾਵੇ, ਉਸੇ ਤਰ੍ਹਾਂ ਦੁਬਾਰਾ ਸਰੂਪ ਲਿਖ ਲਵੇ ਸਿੱਖ। ਆਪ ਤੇ ਘਾਟ ਨਾ ਬਾਦ ਕਰੇ ਜੇ ਕਰੇ। ਆਪਣੇ ਹੱਥੀ ਕਦੇ ਵੱਧ ਘੱਟ ਨਹੀਂ ਕਰਨਾ, ਕੋਈ ਲਗ ਮਾਤਰ ਨਹੀਂ, ਕੋਈ ਫਰਕ ਨਹੀਂ ਪਾਉਣਾ। ਜੇ ਕਰੇ ਹੋਏ ਮੂਰਖ ਸੋ ਪਛਤਾਈ। ਜਿਹੜਾ ਕੋਈ ਕਰੂਗਾ ਨਾ, ਜਿਹੜਾ ਕਹਿੰਦਾ ਵਾਧੂ ਹੀ ਲਗਾਂ ਲਾ ਦਿੱਤੀਆਂ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਨੇ, ਇਹ ਜਿਹੇ ਵੀ ਜੰਮੇ ਨੇ ਸਿੱਖ, ਉਹ ਸਤ ਸੰਗਤ ਜੀ ਮੂਰਖ ਹੈ। ਮਹਾਰਾਜ ਕਹਿੰਦੇ ਮਨਮੁਖ ਹੈ। ਔਰ ਬਣਾਏ ਨਵੋਂ ਨਾ ਲਿਖੇ। ਹੋਰ ਨਵਾਂ ਬਣਾ ਕੇ ਨਾ ਲਿਖੇ ਕੋਈ। ਵਿੱਚ ਕਾਵਿਆ ਰਚੇ ਸੋ ਰਚੋ ਪ੍ਰਤਕਾਈ। ਜੇ ਕੋਈ ਕਵਿਤਾ ਰਚਨ ਜਾਣਦਾ ਹੋਵੇ, ਪਿੰਗਲ ਆਦਿਕ ਪੜ੍ਹਿਆ ਹੋਇਆ, ਉਹ ਆਪਣੀ ਬੁੱਕ ਬਣਾ ਲਵੇ। ਗੁਰੂ ਗ੍ਰੰਥ